ਜਿਹੜਾ ਇਨਸਾਨ ਹੈ, ਆਮ ਇਨਸਾਨ ਹੈ, ਚਾਹੇ ਉਹ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਤਾਕਤਵਰ ਹੈ, ਚਾਹੇ ਕਮਜ਼ੋਰ ਹੈ, ਕੁਦਰਤ ਨੇ ਉਸ ਦੀ ਉਮਰ 120 ਸਾਲ ਰੱਖੀ ਹੈ। ਡਾਕਟਰ ਸਾਹਿਬ, ਤੁਸੀਂ ਇਹ ਗੱਲ ਕਹੀ ਹੈ ਕਿ ਜੇਕਰ ਇਨਸਾਨ 120 ਸਾਲ ਨਹੀਂ ਜਿਉਂਦਾ ਤਾਂ ਇਹ ਕੁਦਰਤ ਦੀ ਹੱਦ ਤੱਕ ਹੈ। ਉਹ ਕਿਵੇਂ ਜੀ? आयुर्वेद कहता है जो एक बार खाए वो योगी, जो 2 बार खाए वो भोगी, जो 3 बार खाए वो रोगी। तुसी चेक करो 7 बारी खाने आप। मैं तो देखे होए वो बंदे 100 साल के सवा उपर दे जोड़े बड़े राह जिन्हें कहते थे असीं जिंदगी कदी गोली नहीं खाई, वो असली कुदरत के सच्चे पुत्र सी। पूर्वज 100, 115, 120, 125 जिया करते थे। आज अगर नहीं जी रहे हैं तो वो कारण हमें खोजने होंगे। तकरीबन अड अड स्टडीज 115 तो 140 साल कहते हैं, तो एवरेज कढ़ ली 125 साल बनती है। कि बॉडी के अंदर ही हीलिंग पावर है। मतलब ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਅਗਰ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਹੋਗੀ, ਕੋਈ ਡਾਇਲਿਸਿਸ ਦੇ ਉੱਤੇ ਚਲਾ ਗਿਆ, ਅਗਰ ਤੁਹਾਡੇ ਨਾਲ ਸੰਪਰਕ ਕਰਦਾ ਉਹ ਤਾਂ ਉਹ ਠੀਕ ਹੋ ਜਾਊਗਾ। ਜਿਹੜੇ ਸਾਡੇ ਕਲਾਕਾਰ ਨੇ, ਚਾਹੇ ਅਮਰੀਸ਼ ਪੁਰੀ ਹੋਵੇ, ਚਾਹੇ ਅਮਜਦ ਖਾਨ ਜਿਹੜਾ ਗੱਬਰ ਸਿੰਘ ਵਾਲਾ, ਉਹ ਰਜੇਸ਼ ਖੰਨਾ ਹੋਵੇ, ਕਿੰਨੇ ਹੀ ਜਿਹੜੇ ਤਾਜ਼ਾ ਜਿਹੜੀ ਮੌਤ ਹੋਈ ਹੈ ਰਾਜੂ ਸ਼੍ਰੀਵਾਸਤਵ ਦੀ ਕਾਮੇਡੀਅਨ ਦੀ ਹੋਈ ਹੈ, ਤੇ ਫਿਰ ਸਾਰੇ ਜਿਉਂਦੇ ਹੁੰਦੇ। ਕਿਹੜੀਆਂ ਗਲਤੀਆਂ ਤੁਹਾਨੂੰ ਲੱਗਦਾ ਹੈ ਕਿ ਇਲਾਜ 'ਚ ਗਲਤੀ ਹੋਈ ਹੈ, ਲਾਈਫ ਸਟਾਈਲ 'ਚ ਗਲਤੀ ਹੋਈ ਹੈ, ਫਿਰ ਇਹ ਗਲਤੀ ਕਿੱਥੇ ਕਰ ਗਏ? किसी बीमारी में लेके चले जाओ, सारी उम्र दवाई खाई जाओ। शुगर है सारी उम्र दवाई खाओ, बीपी है सारी उम्र दवाई खाओ, गठिया सारी उम्र दवाई खाओ, अस्थमा सारी उम्र दवाई खाओ। मानसिक रोगी तो बेचारे उस तो भी गाह ने। ਤੁਸੀਂ ਜੇ महीने के बाद मिलो मानसिक रोगी, ਤੁਹਾਨੂੰ ਇਹ नहीं समझ आती भी दवाइयां करके बीमार है कि बीमारी करके बीमार है। ਸ਼ੂਗਰ, ਬੀਪੀ, PCOD ਇਹ ਤੁਹਾਡੇ ਵਾਸਤੇ ਚੁਟਕੀਆਂ ਵਾਲੀਆਂ ਗੱਲਾਂ ਨੇ, ਮਤਲਬ ਜਿਹਨੂੰ ਮਜ਼ਾਕ 'ਚ ਤੁਸੀਂ ਠੀਕ ਕਰ ਸਕਦੇ ਹੋ, ਪਰ ਦੁਨੀਆ ਤੇ ਬੜੀ ਪਰੇਸ਼ਾਨ ਹੈ, ਵੱਡੇ ਪੈਕੇਜ ਲਈ ਫਿਰਦੀ ਹੈ ਜੀ। ਦੁਨੀਆ ਵਿੱਚ ਰਾਸ਼ਟਰਪਤੀ ਸੀ ਬਿਲ ਕਲਿੰਟਨ ਨੂੰ ਪ੍ਰੋਬਲਮ ਆਈ, ਸਟੰਟ ਪਏ, ਫੇਫੜੇ ਦੀ ਬਿਮਾਰੀ ਹੋਈ, ਉਹਨੂੰ ਪੈਨਕ੍ਰੀਆਸ ਦੀ ਪ੍ਰੋਬਲਮ ਹੋਈ, ਡਾਇਬਟੀਜ਼ ਵੀ ਦੀ, ਮੋਟਾ ਵੀ ਹੋ ਗਿਆ। ਉਹਨੂੰ ਜਦੋਂ ਕੋਈ ਇਲਾਜ ਸਮਝ ਨਹੀਂ ਆਇਆ, ਉਹਨੇ ਨੈਚੁਰਲ ਇਲਾਜ ਚੁਣਿਆ। ਉਹਨੇ ਸਟੰਟ ਵੀ ਕਢਵਾ ਲਏ, ਸਿਰਫ ਤੇ ਸਿਰਫ ਆਪਣੀ ਡਾਈਟ ਨੂੰ ਚੇਂਜ ਕੀਤਾ, ਲਾਈਫ ਸਟਾਈਲ ਨੂੰ ਚੇਂਜ ਕੀਤਾ, ਤੇ ਉਹੀ ਸਟੱਡੀ, ਉਹੀ ਨੌਲੇਜ ਇੱਥੇ ਹਿਮਸ ਹਸਪੀਟਲ ਚੰਡੀਗੜ੍ਹ ਜਾਂ ਲਖਨਊ, ਜਿੱਥੇ ਤਾਂ ਸਾਡੇ ਹਿਮਸ ਨੇ, ਉਹ ਸਭ ਜਗ੍ਹਾ ਯੂਜ਼ ਹੋ ਰਹੀ ਹੈ, ਜਿੱਥੇ ਤਾਂ ਸਾਡੇ ਕਲੀਨਿਕਸ ਨੇ, ਉੱਥੇ ਯੂਜ਼ ਹੋ ਰਹੀ ਹੈ। ਕਿਹੜੇ ਢੰਗ ਨੇ ਜਿਨ੍ਹਾਂ ਨੂੰ ਅਪਣਾਉਣ ਨਾਲ ਜਿਹੜੀ ਸਾਡੀ ਜ਼ਿੰਦਗੀ ਹੈ ਤੁਹਾਡੇ ਮੁਤਾਬਕ ਜਾਂ ਰਿਸਰਚ ਮੁਤਾਬਕ 120 ਜਾਂ 100 ਸਾਲ ਦੀ ਹੋ ਸਕਦੀ ਹੈ? ਉਹਦੇ ਅੰਦਰ ਥੋੜਾ ਕੋਦਰਾ ਹੈ, ਕੰਗਣੀ ਹੈ, ਹਰੀ ਕੰਗਣੀ, ਸੌਂਖ ਤੇ ਕੁਟਕੀ। ਇਹ ਪੰਜਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਹਿਮਸ ਦੇ ਅੰਦਰ ਵੀ ਪ੍ਰਮੋਟ ਕਰ ਰਹੇ ਹਾਂ, ਔਰ ਪੂਰੇ ਜਿੰਨੇ ਵੀ ਇੰਨੀ ਪਪੂਲੈਰਿਟੀ ਹੋ ਗਈ ਹੈ ਕਿ ਕੱਲ੍ਹ ਹੀ ਸਾਨੂੰ ਫੋਨ ਆ ਰਹੇ ਸੀਗੇ ਵੀ ਇਹ ਜੀ ਤੁਹਾਡੇ ਆਉਣ ਵਾਲੇ ਸਮੇਂ 'ਚ ਮਿਲਟਸ ਦੀ ਸ਼ਾਰਟੇਜ ਹੋਣ ਜਾ ਰਹੀ ਹੈ, ਆਪਣਾ ਸਟਾਕ ਰਿਜ਼ਰਵ ਰੱਖ ਲਿਓ। चाहे लीवर फेल है, चाहे किडनी फेल है, चाहे स्टेज 4 कैंसर है, चाहे थैलीसीमिया है, या कोई होर वड्डी बीमारी है जिन्हों दुनिया मॉडर्न पैथी कहती है ला इलाज है। सॉरी, वो इलाज है, उन्होंने कोल नहीं है। ਬਿਮਾਰੀਆਂ ਨੂੰ ਇਨਵਾਈਟ ਕਰਦੇ ਹਾਂ, ਸੋ ਸੱਦਾ ਦਿਨ ਆਪਾਂ ਬੰਦ ਕਰੀਏ, ਠੀਕ ਰਹਿ ਪਈਏ। ਤੇ ਮੈਨੂੰ ਕੋਈ ਕਾਰਨ ਨਹੀਂ ਦਿਖਦਾ ਕਿ ਆਪਾਂ 100 ਸਾਲ ਘੱਟੋ ਘੱਟ ਨਾ ਜੀਈਏ, ਤਾਂ 100 ਪਲੱਸ ਜਿਉਣਾ ਹਰ ਬੰਦੇ ਦਾ ਹੱਕ ਵੀ ਹੈ। ਤੁਸੀਂ ਲੋਕਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਮਨੁੱਖਤਾ ਨੂੰ ਇਹ ਮਿਲਟਸ ਬਾਰੇ, ਫਰੂਟ ਸੈਲਡ ਡਾਈਟ ਬਾਰੇ, ਲਾਈਫ ਸਟਾਈਲ ਬਾਰੇ ਪਤਾ ਚੱਲੇ, ਤੇ ਸਾਡੇ ਇਹ ਮਿਸ਼ਨ ਬਾਰੇ ਪਤਾ ਚੱਲੇ।
ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਹਾਂ ਕਾਸਿਫ ਫਾਰੂਕੀ। ਕਹਿੰਦੇ ਨੇ ਕਿ ਜਦੋਂ ਇਨਸਾਨ ਬਣਿਆ ਸੀ ਤਾਂ ਉਸ ਦੀਆਂ ਉਮਰਾਂ ਜਿਹੜੀਆਂ ਕਈ ਸੌ ਸਾਲ ਹੁੰਦੀਆਂ ਸੀ, ਪਰ ਜਿਵੇਂ ਜਿਵੇਂ ਸਮਾਂ ਘਟਦਾ ਗਿਆ, ਟੈਕਨੋਲੋਜੀ ਵੱਧਦੀ ਗਈ, ਸਾਇੰਸ ਵੱਧਦੀ ਗਈ, ਤਾਂ ਮਨੁੱਖ ਨੂੰ ਬਿਮਾਰੀਆਂ ਚਿੰਬੜੀਆਂ ਤੇ ਉਸ ਦੀ ਉਮਰ ਹੈ ਜਿਹੜੀ ਉਹ ਲਗਾਤਾਰ ਘਟਦੀ ਚਲੀ ਗਈ। ਪਰ ਮੇਰੇ ਸੱਜੇ ਪਾਸੇ ਆਚਾਰੀਆ ਮਨੀਸ਼ ਜੀ ਬੈਠੇ ਨੇ। ਅੱਜ ਅਸੀਂ ਹਿਮਸ ਹਸਪੀਟਲ ਡੇਰਾਬੱਸੀ ਪਹੁੰਚੇ ਹਾਂ ਤੇ ਮੇਰੇ ਖੱਬੇ ਪਾਸੇ ਦੁਨੀਆ ਦੇ ਮਸ਼ਹੂਰ ਜਿਹੜੇ ਡਾਕਟਰ ਅਮਰ ਸਿੰਘ ਆਜ਼ਾਦ ਬੈਠੇ ਨੇ। ਇਹਨਾਂ ਦੋ ਡਾਕਟਰਾਂ ਦਾ ਕਹਿੰਦਾ ਹੈ, ਇਹਨਾਂ ਦੋ ਵੈਦਾਂ ਦਾ ਅਸੀਂ ਕਹਿ ਲਈਏ, ਹਕੀਮਾਂ ਦਾ ਕਹਿ ਲਈਏ, ਨੈਚੁਰਲ ਪੈਥਾਂ ਦਾ ਕਹਿ ਲਈਏ ਕਿ ਜਿਹੜੀ ਜ਼ਿੰਦਗੀ ਹੈ ਉਹ 120 ਸਾਲ ਹੈ। ਯਾਨੀ ਕਿ ਜਿਹੜਾ ਇਨਸਾਨ ਹੈ, ਆਮ ਇਨਸਾਨ ਹੈ, ਚਾਹੇ ਉਹ ਗਰੀਬ ਹੈ, ਚਾਹੇ ਅਮੀਰ ਹੈ, ਚਾਹੇ ਤਾਕਤਵਰ ਹੈ, ਚਾਹੇ ਕਮਜ਼ੋਰ ਹੈ, ਕੁਦਰਤ ਨੇ ਉਸ ਦੀ ਉਮਰ 120 ਸਾਲ ਰੱਖੀ ਹੈ। ਹਰੇਕ ਇਨਸਾਨ ਨੂੰ ਇਹ ਹੱਕ ਹੈ ਕਿ 120 ਸਾਲ ਉਹ ਆਪਣੀ ਜ਼ਿੰਦਗੀ ਦੇ ਹੰਡਾਵੇ। ਜੇਕਰ ਉਹ 120 ਸਾਲ ਜ਼ਿੰਦਗੀ ਦੇ ਨਹੀਂ ਹੰਡਾਉਂਦਾ ਤਾਂ ਇਹਦੇ ਵਿੱਚ ਕੁਦਰਤ ਦੀ ਹੱਤਕ ਹੈ। ਕਿਵੇਂ ਹੱਤਕ ਹੈ, ਕਿਵੇਂ 120 ਸਾਲ ਅਸੀਂ ਆਪਣੀ ਜ਼ਿੰਦਗੀ ਲੰਘਾ ਸਕਦੇ ਹਾਂ, ਕਿਵੇਂ 120 ਸਾਲ ਜਿਹੜੀ ਸਾਡੀ ਜ਼ਿੰਦਗੀ ਹੋ ਸਕਦੀ ਹੈ, ਇਸ ਬਾਬਤ ਅਸੀਂ ਗੱਲਬਾਤ ਪਹਿਲਾਂ ਸ਼ੁਰੂ ਕਰ ਲੈਂਦੇ ਹਾਂ ਡਾਕਟਰ ਅਮਰ ਸਿੰਘ ਆਜ਼ਾਦ ਜੀ ਹੋਣਾ ਕੋਲੋਂ। ਡਾਕਟਰ ਸਾਹਿਬ, ਤੁਸੀਂ ਇਹ ਗੱਲ ਕਹੀ ਹੈ ਕਿ ਜੇਕਰ ਇਨਸਾਨ 120 ਸਾਲ ਨਹੀਂ ਜਿਉਂਦਾ ਤਾਂ ਇਹ ਕੁਦਰਤ ਦੀ ਹੱਤਕ ਹੈ, ਉਹ ਕਿਵੇਂ ਜੀ? ਨਹੀਂ, ਇਹ ਮੈਂ ਨਹੀਂ ਕਹੀ, ਇਹ ਤਾਂ ਬਹੁਤ ਸਾਰੇ ਸਾਇੰਟੀਫਿਕ ਸਟੱਡੀਜ਼ 'ਚੋਂ ਨਿਕਲਿਆ। ਬਹੁਤ ਸਾਰੀ ਸਾਇੰਟਿਸਟਾਂ ਨੇ ਕਿਹਾ ਕਿ ਤਕਰੀਬਨ ਅੱਡ ਸਟੱਡੀਜ਼ 115 ਤੋਂ 140 ਸਾਲ ਕਹਿੰਦੇ ਆ, ਤੇ ਐਵਰੇਜ ਕੱਢ ਲਈ 125 ਸਾਲ ਬਣਦੀ ਆ। ਤਾਂ ਇਹ ਜਿਹੜਾ ਸਰੀਰ ਦੀ ਰਚਨਾ ਹੋਈ ਹੈ, ਸਰੀਰ ਦਾ ਸਿਸਟਮ ਜਿਹੜਾ ਹੈ, ਉਹ ਜੇ ਉਹਨੇ ਬਿਨਾਂ ਬਿਮਾਰੀਆਂ ਤੋਂ ਮਰਨਾ ਹੋਵੇ ਤਾਂ ਉਹ ਘੱਟੋ ਘੱਟ ਇੰਨੀ ਉਮਰ ਤੋਂ ਪਹਿਲਾਂ ਨਹੀਂ ਮਰਨਾ ਚਾਹੀਦਾ। ਇੰਨੀ ਉਮਰ ਤੋਂ ਪਹਿਲਾਂ ਅਗਰ ਮਰਦਾ ਹੈ ਤਾਂ ਕਿਸੇ ਨਾ ਕਿਸੇ ਬਿਮਾਰੀ ਨਾਲ ਮਰੇਗਾ, ਅਤੇ ਬਿਮਾਰੀ ਜਿਹੜੀ ਹੈ ਉਹ ਸਰੀਰ ਦਾ ਸੁਭਾਅ ਨਹੀਂ ਹੈ। ਬਿਮਾਰ ਹੋਣਾ ਸਰੀਰ ਦਾ ਸੁਭਾਅ ਨਹੀਂ ਹੈ। ਸਰੀਰ ਦਾ ਸੁਭਾਅ ਤੰਦਰੁਸਤ ਰਹਿਣਾ ਹੈ, ਅਤੇ ਉਹਦੇ ਤੰਦਰੁਸਤ ਰਹਿਣ ਵਾਸਤੇ ਕੁਦਰਤ ਨੇ, ਪਰਮਾਤਮਾ ਨੇ ਸਾਡੇ ਅੰਦਰ ਫੁੱਲ ਫਲੈਡ ਮੈਕੈਨਿਜ਼ਮ ਪਾਇਆ ਹੋਇਆ। ਉਹਦੇ ਲਈ ਸਾਨੂੰ ਬਾਹਰੀ ਹੈਲਪ ਦੀ ਬਹੁਤੀ ਲੋੜ ਨਹੀਂ ਹੈ। ਸਿਰਫ ਥੋੜ੍ਹੀ ਬਹੁਤੀ ਸਿਆਣਪ ਚਾਹੀਦੀ ਹੈ ਕਿ ਅਸੀਂ ਉਸ ਪਰਮਾਤਮਾ ਦੀ ਉਸ ਭਾਸ਼ਾ ਨੂੰ ਸਮਝਦੇ ਹੋਈਏ, ਉਹਦੇ ਹਿਸਾਬ ਨਾਲ ਆਪਣੀ ਜ਼ਿੰਦਗੀ ਨੂੰ ਢਾਲੀਏ। ਇਸ ਕਰਕੇ ਉਹ ਜਿਹੜਾ ਸਿਸਟਮ ਹੈ ਆਲਰੇਡੀ ਪਿਆ ਹੋਇਆ ਸਾਡੇ ਅੰਦਰ। ਸਾਡਾ ਜਿਹੜਾ ਕੰਪਿਊਟਰ ਹੈ ਨਾ, ਇਹਦੇ ਅੰਦਰ ਪਹਿਲਾਂ ਹੀ ਸੌਫਟਵੇਅਰ ਡਲਿਆ ਹੋਇਆ, ਤਾਂ ਉਹ ਸੌਫਟਵੇਅਰ ਦੇ ਹਿਸਾਬ ਨਾਲ ਸਾਨੂੰ 125 ਸਾਲ ਔਸਤਨ ਜੀਣਾ ਚਾਹੀਦਾ, 120-25 ਸਾਲ। ਅਤੇ ਜੇ ਤੁਸੀਂ ਚਲੋ 20-25 ਸਾਲ ਸਾਡੇ ਵੱਸੋਂ ਬਾਹਰ ਵੀ ਮੰਨ ਲਈਏ, ਕੁਛ ਗੱਲਾਂ ਜਿਹੜੀਆਂ ਸਾਡੇ ਵੱਸੋਂ ਬਾਹਰ ਨੇ, ਕੋਈ ਹੋਰ ਖਰਾਬ ਕਰੀ ਜਾਂਦਾ, ਪਾਣੀ ਦੀ ਮਾੜੀ ਮੋਟੀ, ਤਾਂ ਫਿਰ ਵੀ 100 ਸਾਲ ਤੋਂ ਪਹਿਲਾਂ ਮਰਨਾ ਕਿਸੇ ਵੀ ਹੱਦ ਜਿਹੜਾ ਕਿਸੇ ਵੀ, ਮੈਂ ਸਮਝਦਾ ਕਿ ਜੇ 100 ਸਾਲ ਤੋਂ ਪਹਿਲਾਂ ਮਰਦੇ ਹਾਂ ਪਹਿਲਾਂ ਅਸੀਂ, ਤਾਂ ਅਸੀਂ ਆਪਣੇ ਬੇਵਕੂਫੀਆਂ ਨਾਲ, ਆਪਣੀਆਂ ਗਲਤੀਆਂ ਨਾਲ, ਜਾਂ ਕਿਸੇ ਗਲਤ ਸਾਇੰਸ ਨੂੰ ਫੋਲੋ ਕਰਨ ਕਰਕੇ ਮਰਦੇ ਹਾਂ। ਤੇ ਆਚਾਰਿਆ ਜੀ, ਡਾਕਟਰ ਸਾਹਿਬ ਕਹਿ ਰਹੇ ਨੇ ਕਿ ਜੇਕਰ ਅਸੀਂ 100 ਸਾਲ ਤੋਂ ਪਹਿਲਾਂ ਮਰਦੇ ਹਾਂ ਤਾਂ ਉਹ ਮੌਤ ਨਹੀਂ ਹੁੰਦੀ, ਉਹ ਕੁਦਰਤੀ ਮੌਤ ਨਹੀਂ ਹੁੰਦੀ। ਮੰਨਦੇ ਹੋ ਇਸ ਗੱਲ ਨੂੰ? ਤੁਸੀਂ ਮੰਨਦੇ ਹੋ? ਤੁਹਾਡਾ ਕੀ ਕਹਿਣਾ ਹੈ? ਬਿਲਕੁਲ। ਸਾਡੇ ਆਯੁਰਵੇਦ ਕਹਿੰਦਾ ਹੈ ਸ਼ੁੱਧੋ ਦੇਹਾ ਮਨੁष्य यस्य स जीति वर्षतम, कि शुद्ध करते जाओ देह को और 100 वर्ष से अधिक तक स्वस्थ जियो। आयुर्वेद तक कहता है कि आप अपने शरीर का ध्यान रख के, क्लीनिंग करके, डिटॉक्स करके अपने आप को रिजनोवेट कर रख सकते हो और 100 साल तक स्वस्थ जी सकते हो। मैं डॉक्टर साहब की बात से पूरी तरह सहमत हूँ। हम इसके लिए ही बने हुए हैं। हमारे पूर्वज 100, 115, 120, 125 जिया करते थे। आज अगर नहीं जी रहे हैं तो वो कारण हमें खोजने होंगे, वो साइंस की वो गलतियां हमें पकड़नी होंगी। जो आजकल इंडस्ट्रियलाइजेशन हो रहा है, फूड के अंदर जो कल्चर आ गया है, हमारी खेती को जहरीला किया जा रहा है, हमारी हवा को दूषित किया जा रहा है, हमारे पानी को दूषित किया जा रहा है, हमारे घरों में आरओ घुसा दिए गए हैं, हमारे घरों में पेस्टिसाइड घुसा दिया गया है, और जो हमारे घर में फास्ट फूड घुसा दिया गया है। ये जो कल्चर है, ये कल्चर गलत है। ये साइंस के नाम पर धोखा हो रहा है पूरी मनुष्यता के साथ, पूरी मनुष्यता के साथ। इसके लिए डॉक्टर साहब ने जो बोला ना कि 120 साल से अगर कम जीते हम, 125 से कम, तो वो हमारी 100 तो कम से कम एटलीस्ट जिए ना, नहीं तो वो इंसानी हत्या है। ਜੀ ਜੀ। ਅੱਛਾ ਡਾਕਟਰ ਸਾਹਿਬ, ਜਿਸ ਤਰੀਕੇ ਨਾਲ ਤੁਸੀਂ ਗੱਲ ਕਰ ਰਹੇ ਹੋ, ਫਿਰ ਜੇ ਤਾਂ 100-120 ਸਾਲ ਉਮਰ ਹੁੰਦੀ ਤੇ ਫਿਰ ਜਿਹੜੇ ਸਾਡੇ ਕਲਾਕਾਰ ਨੇ, ਚਾਹੇ ਅਮਰੀਸ਼ ਪੁਰੀ ਹੋਵੇ, ਚਾਹੇ ਅਮਜਦ ਖਾਨ ਜਿਹੜਾ ਗੱਬਰ ਸਿੰਘ ਵਾਲਾ, ਉਹ ਰਜੇਸ਼ ਖੰਨਾ ਹੋਵੇ, ਕਿੰਨੇ ਹੀ ਜਿਹੜੇ ਤਾਜ਼ਾ ਜਿਹੜੀ ਮੌਤ ਹੋਈ ਹੈ ਰਾਜੂ ਸ਼੍ਰੀਵਾਸਤਵ ਦੀ, ਕਾਮੇਡੀਅਨ ਦੀ ਹੋਈ ਹੈ, ਤੇ ਫਿਰ ਸਾਰੇ ਜਿਉਂਦੇ ਹੁੰਦੇ। ਕਿਹੜੀਆਂ ਗਲਤੀਆਂ ਤੁਹਾਨੂੰ ਲੱਗਦਾ ਹੈ ਕਿ ਇਲਾਜ 'ਚ ਗਲਤੀ ਹੋਈ ਹੈ, ਲਾਈਫ ਸਟਾਈਲ 'ਚ ਗਲਤੀ ਹੋਈ ਹੈ? ਫਿਰ ਇਹ ਗਲਤੀ ਕਿੱਥੇ ਕਰ ਗਏ? ਨਹੀਂ, ਬਹੁਤ ਸਾਰੀਆਂ ਗਲਤੀਆਂ ਨੇ। ਇਲਾਜ ਤਾਂ ਗਲਤੀਆਂ ਹੈਗੀਆਂ ਹੀ ਨੇ। ਇਲਾਜ ਤਾਂ ਆਪਣੇ ਤੁਹਾਡੇ ਸਾਹਮਣੇ ਇਲਾਜ ਦਾ ਜਲੂਸ ਨਿਕਲਿਆ ਪਿਆ ਵੈਸੇ ਹੀ, ਕਿਉਂਕਿ ਜਿਹੜੀਆਂ ਹੁਣ ਅੱਜ ਮਨੁੱਖਤਾ ਨੂੰ ਜਿਹਨਾਂ ਬਿਮਾਰੀਆਂ ਨੇ ਘੇਰਿਆ, ਉਹਦਾ ਇਲਾਜ ਹੈ ਹੀ ਨਹੀਂ ਕੋਈ ਇਹਨਾਂ ਕੋਲੇ। ਉਹ ਤਾਂ ਡਿਜ਼ੀਜ਼ ਮੈਨੇਜਮੈਂਟ ਹੋ ਰਹੀ ਹੈ। ਕੋਈ ਅੱਜ ਟ੍ਰੀਟਮੈਂਟ ਥੋੜ੍ਹਾ, ਕੋਈ ਕਿਸੇ ਬਿਮਾਰੀ ਨੂੰ ਲੈ ਕੇ ਚਲੇ ਜਾਓ, ਸਾਰੀ ਉਮਰ ਦਵਾਈ ਖਾਈ ਜਾਓ।
ਸ਼ੂਗਰ ਹੈ ਸਾਰੀ ਉਮਰ ਦਵਾਈ ਖਾਓ, ਬੀਪੀ ਹੈ ਸਾਰੀ ਉਮਰ ਦਵਾਈ ਖਾਓ, ਗਠੀਆ ਸਾਰੀ ਉਮਰ ਦਵਾਈ ਖਾਓ, ਅਸਥਮਾ ਸਾਰੀ ਉਮਰ ਦਵਾਈ ਖਾਓ। ਮਾਨਸਿਕ ਰੋਗੀ ਤਾਂ ਵਿਚਾਰੇ ਉਸ ਤੋਂ ਵੀ ਗਾਂਹ ਨੇ। ਉਹ ਤਾਂ ਤੁਸੀਂ ਜੇ ਮਹੀਨੇ ਕੇ ਬਾਅਦ ਮਿਲੋ ਮਾਨਸਿਕ ਰੋਗੀ, ਤੁਹਾਨੂੰ ਇਹ ਨਹੀਂ ਸਮਝ ਆਉਂਦੀ ਵੀ ਦਵਾਈਆਂ ਕਰਕੇ ਬਿਮਾਰ ਹੈ ਕਿ ਬਿਮਾਰੀ ਕਰਕੇ ਬਿਮਾਰ ਹੈ। ਤਾਂ ਇਹ ਕੋਈ ਦੁਨੀਆ ਦਾ ਡਾਕਟਰ ਨਹੀਂ ਇਹ ਦੱਸ ਸਕਦਾ ਵੀ ਇਹ ਬੰਦਾ ਜਿਹੜਾ ਬਿਮਾਰ ਹੈ ਹੁਣ ਇਹ ਵੀ ਤੁਹਾਡੀਆਂ ਦਵਾਈਆਂ ਕਰਕੇ ਇਹਦੀ ਹਾਲਤ ਹੈ ਕਿ ਇਹਦੀ ਬਿਮਾਰੀ ਕਰਕੇ ਹੈ। ਤਾਂ ਇਹ ਤਕਰੀਬਨ ਸਟੀਰੋਇਡ ਜਿਹੜੇ ਖਵਾ ਕੇ ਜਿਹੜਾ ਬੁਰਾ ਹਾਲ ਕੀਤਾ ਪਿਆ ਲੋਕਾਂ ਦਾ, ਅਸਥਮਾ ਵਾਲਿਆਂ ਦਾ ਤੇ ਰਮਟਡ ਆਰਥਰਾਈਟਸ, ਰੋਜ਼ ਮਰੀਜ਼ ਆ ਜਾਂਦਾ ਕੋਈ ਇੱਕ ਅੱਧਾ ਇੱਕ ਦੋ ਵੀ ਪੱਠਾ ਬਿਠਾਇਆ ਹੁੰਦਾ ਉਹਨਾਂ ਦਾ। ਤਾਂ ਇਲਾਜ ਦਾ ਤਾਂ ਜਲੂਸ ਨਿਕਲਿਆ ਪਿਆ। ਤੇ ਉਹ ਜਿਹੜੇ ਪਿਛਲੇ 2 ਸਾਲਾਂ 'ਚ ਨਿਕਲਿਆ, ਜਿਹੜੀ ਆ ਬਿਮਾਰੀ ਜਿਹੜੀ ਚੱਲੀ ਸੀ ਉਹਦੇ 'ਚ ਤਾਂ ਪੂਰਾ ਜਲੂਸ ਨਿਕਲਿਆ ਗਿਆ। ਉਸ ਵਿੱਚ ਕੋਈ ਗੱਲ ਸੱਚ ਨਹੀਂ ਸੀ, ਨਾ ਕੋਈ ਟਰੀਟਮੈਂਟ ਸੱਚੀ, ਨਾ ਕੋਈ ਵੈਕਸੀਨ ਸੱਚਾ, ਨਾ ਕੋਈ ਦਵਾਈ ਸੱਚੀ, ਨਾ ਸਮਝ ਸੱਚੀ। ਤਾਂ ਇਹਦਾ ਤਾਂ ਉਹਦਾ ਜਿਹੜਾ ਜਿਹਨੂੰ ਕਹਿੰਦੇ ਵੈਸਟਰਨ ਮੈਡੀਕਲ ਸਿਸਟਮ ਦਾ ਜਲੂਸ ਨਿਕਲ ਗਿਆ। ਤਾਂ ਉਹ ਜਿਹੜਾ ਵੱਖਰਾ ਮਸਲਾ, ਕਿਉਂਕਿ ਬੇਸਿਕਲੀ ਜੇ ਆਪਾਂ ਗੱਲ ਕਰਦੇ ਕਿ ਮਨੁੱਖੀ ਸਰੀਰ ਜਿਹੜਾ ਉਹ ਦਵਾਈਆਂ ਖਾਣ ਲਈ ਬਣਿਆ ਹੀ ਨਹੀਂ ਹੈ। ਕਿਉਂਕਿ ਦਵਾਈ ਜਿਹੜੀ ਹੈ ਬੇਸਿਕਲੀ ਜ਼ਹਿਰ ਹੁੰਦੀ ਹੈ। ਕੋਈ ਵੀ ਜਿਹੜਾ ਮੈਨਮੇਡ ਕੈਮੀਕਲ ਹੈ ਉਹ ਸਰੀਰ ਲਈ ਜ਼ਹਿਰ ਹੈ। ਅਤੇ ਉਹ ਜਦੋਂ ਹੀ ਜ਼ਹਿਰ ਅੰਦਰ ਜਾਏਗਾ ਤਾਂ ਸਰੀਰ ਨੂੰ ਬਾਹਰ ਕੱਢ ਕੇ ਮਾਰਦਾ। ਉਹ ਲਿਵਰ ਨੂੰ ਭੱਜਣਾ ਪੈ ਜਾਂਦੀਆਂ ਨੇ, ਗੁਰਦਿਆਂ ਨੂੰ ਪੈ ਜਾਂਦੀਆਂ ਨੇ, ਚਮੜੀ ਨੂੰ ਪੈ ਜਾਂਦੀਆਂ ਨੇ। ਤੁਸੀਂ ਦੇਖੋਗੇ ਜਿਹਨੇ ਜਿਹੜੇ ਅੰਗਾਂ ਨੂੰ ਜ਼ਹਿਰ ਬਾਹਰ ਕੱਢਣ ਦਾ ਜਿਹੜਾ ਡਿਊਟੀ ਸੌਂਪੀ ਹੈ ਕੁਦਰਤ ਨੇ, ਸਭ ਤੋਂ ਪਹਿਲਾਂ ਉਹੀ ਮਾਰਚ ਆਉਂਦੇ ਆ। ਕਿਡਨੀ ਨੂੰ ਸੌਂਪੀ ਹੈ ਵੀ ਤੂੰ ਬਾਹਰ ਕੱਢ, ਉਹ ਮਾਰਚ ਆ ਜਾਂਦੀ ਹੈ। ਦੇਖੋ ਦੁਨੀਆ ਦੀ 10% ਜਨਰਲ ਪਾਪੂਲੇਸ਼ਨ ਇਸ ਵੇਲੇ ਕਿਡਨੀ ਡਿਜ਼ੀਜ਼ ਤੋਂ ਸਫਰ ਕਰ ਰਹੀ ਆ। ਔਰ ਜੇ ਤੁਸੀਂ ਅਡਲਟ ਲਾਓਗੇ ਤਾਂ ਹਰ 7ਵੇਂ ਬੰਦੇ ਨੂੰ ਕਿਡਨੀ ਡਿਜ਼ੀਜ਼ ਹੈ। ਫਿਰ ਤੁਸੀਂ ਲਿਵਰ ਦੀਆਂ ਬਿਮਾਰੀਆਂ ਲਾਓਗੇ ਤਾਂ ਵੱਧ ਰਹੀਆਂ, ਸਾਰੀਆਂ ਵੱਧ ਰਹੀਆਂ। ਚਮੜੀ ਦੀਆਂ ਬਿਮਾਰੀਆਂ ਤਾਂ ਵੱਧ ਰਹੀਆਂ ਨੇ। ਫੇਫੜੇ ਦੀਆਂ ਬਿਮਾਰੀਆਂ ਤਾਂ ਜਿਹਨਾਂ ਵੀ ਅੰਗਾਂ 'ਚੋਂ ਗੰਦ ਬਾਹਰ ਨਿਕਲਣਾ, ਜ਼ਹਿਰ ਬਾਹਰ ਨਿਕਲਣਾ, ਉਹ ਸਾਰੇ ਮਾਰਚ ਨੇ। ਉਹਦੀ ਗਾਂ ਫਿਰ ਜਿਹੜੀ ਬਾਕੀ ਜਿਹੜੀਆਂ ਉਹਦੇ ਅਸਰ ਨੇ, ਜੋ ਸਾਡੇ ਅੰਦਰ ਗੰਦਮੰਦ ਜਾ ਰਿਹਾ, ਉਹਦਾ ਤੁਹਾਡਾ ਜਿਹੜਾ ਰਾਜੂ ਵਾਸਤੇ ਮਰਿਆ ਜਾਂ ਵੀ ਹਾਰਟ ਅਟੈਕਸ ਕਿਉਂ ਜਲਦੀ ਹੋ ਰਹੇ ਆ, ਬਲੱਡ BP ਕਿਉਂ ਹਰ ਚੌਥੇ ਬੰਦੇ ਨੂੰ BP ਹੈ। ਮਤਲਬ ਜਿਹੜਾ ਅੱਜ ਤੋਂ 50 ਸਾਲ ਪਹਿਲਾਂ ਨਹੀਂ ਸੀਗਾ। ਜਦੋਂ ਮੈਂ MBBS ਕਰਕੇ ਨਿਕਲਿਆ ਸੀ ਉਦੋਂ ਤਾਂ ਕੁਛ ਵੀ ਨਹੀਂ ਸੀ। ਨਾ ਕੋਈ ਗੁਰਦਿਆਂ ਦੇ ਮਰੀਜ਼ ਸੀਗੇ, ਨਾ ਕੋਈ ਹਾਰਟ ਅਟੈਕ ਇੱਦਾਂ ਜਲਦੀ ਹੁੰਦਾ ਸੀਗਾ, ਨਾ ਗੁਰਦੇ ਫੇਲ ਹੁੰਦੇ ਸੀਗੇ, ਨਾ ਸ਼ੂਗਰ ਸੀਗੀ। 50 ਸਾਲ 'ਚ ਕਿੱਥੋਂ ਆ ਗਈਆਂ ਬਿਮਾਰੀਆਂ? ਇਹਦਾ ਮਤਲਬ ਕੁਛ ਨਾ ਕੁਛ ਅਸੀਂ ਸਮਾਜ 'ਚ ਇਹੋ ਜਿਹਾ ਕਰ ਰਹੇ ਹਾਂ ਜਿਹੜਾ ਤੁਹਾਨੂੰ ਬਿਮਾਰੀਆਂ ਦੇ ਰਿਹਾ, ਅਤੇ ਬਿਮਾਰੀਆਂ ਤੁਹਾਡੀ ਉਮਰ ਘਟਾ ਰਹੀਆਂ ਨੇ। ਜੇ ਤੁਸੀਂ ਬਿਮਾਰ ਨਾ ਹੋ, ਮਤਲਬ ਨਹੀਂ 100 ਸਾਲ ਤੋਂ ਪਹਿਲਾਂ ਮਰਨ ਦਾ। ਮੈਂ ਤਾਂ ਦੇਖੇ ਹੋਏ ਉਹ ਬੰਦੇ 100 ਸਾਲ ਦੇ ਇੱਕ ਦੇ ਉੱਪਰ ਦੇ ਜਿਹੜੇ ਬੜੇ ਰਾਹ, ਜਿਹੜੇ ਕਹਿੰਦੇ ਸੀਗੇ ਅਸੀਂ ਜ਼ਿੰਦਗੀ ਕਦੀ ਗੋਲੀ ਨਹੀਂ ਖਾਈ, ਉਹ ਅਸਲੀ ਕੁਦਰਤ ਦੇ ਸੱਚੇ ਪੁੱਤਰ ਸੀ। ਉਹ ਜਿਹੜਾ ਬਾਬਾ ਮੈਨੂੰ ਉਹਦਾ ਜ਼ਿੰਦਗੀ 'ਚ ਬਹੁਤ ਬਾਬੇ ਮਿਲੇ ਜਿਨ੍ਹਾਂ ਨੇ ਮੈਨੂੰ ਆ ਕੇ ਕਿਹਾ 100 ਸਾਲ ਲਗਭਗ, ਜਿਹੜੇ ਕਹਿੰਦੇ ਮੈਂ ਜ਼ਿੰਦਗੀ 'ਚ ਇੱਕ ਵੀ ਗੋਲੀ ਨਹੀਂ ਖਾਈ ਕਦੀ। ਇਹੋ ਜਿਹੇ ਬਾਬਿਆਂ ਨੂੰ ਮਿਲਿਆ ਹੋਇਆ, ਮੈਂ ਫਿਜ਼ੀਕਲੀ ਮਿਲਿਆ ਹੋਇਆ। ਤਾਂ ਇਸ ਕਰਕੇ ਕਿ ਇਸ ਕੁਦਰਤ ਦਾ ਜਿਹੜਾ ਇਸ ਕੰਮ ਲਈ ਕੁਦਰਤ ਨੇ ਸਾਨੂੰ ਬਣਾਇਆ ਨਹੀਂ ਹੈ। ਜੇ ਅਸੀਂ ਇਹਦਾ ਕਰ ਰਹੇ ਹਾਂ ਤਾਂ ਅਸੀਂ ਇਸ ਜਿਹੀਆਂ ਗਲਤੀਆਂ ਕਰ ਰਹੇ ਹਾਂ। ਚਾਹੇ ਅਸੀਂ ਹਵਾ ਨੂੰ, ਜਿਵੇਂ ਆਚਾਰੀਆ ਜੀ ਨੇ ਕਿਹਾ, ਹਵਾ ਨੂੰ ਖਰਾਬ ਕੀਤਾ, ਚਾਹੇ ਅਸੀਂ ਪਾਣੀ ਦਾ ਸੱਤਿਆਨਾਸ਼ ਮਾਰਿਆ, ਚਾਹੇ ਆਪਣੇ ਭੋਜਨ ਦਾ ਸੱਤਿਆਨਾਸ਼ ਮਾਰਿਆ, ਅਤੇ ਚਾਹੇ ਆਪਣਾ ਜਿਹੜਾ ਹੈਲਥ ਸਿਸਟਮ ਗਲਤ ਫੋਲੋ ਕੀਤਾ, ਉਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਉਹਦੇ ਕਰਕੇ ਅਸੀਂ ਕਰ ਰਹੇ ਹਾਂ। ਅਤੇ ਫਿਰ ਆਚਾਰੀਆ ਜੀ, ਹੁਣ ਮੈਂ ਤੁਹਾਡੇ ਕੋਲ ਆਉਣਾ। ਡਾਕਟਰ ਸਾਹਿਬ ਕਹਿ ਰਹੇ ਨੇ ਕਿ ਕਿਡਨੀਆਂ ਖਰਾਬ ਹੋ ਰਹੀਆਂ ਨੇ, ਹਾਰਟ ਅਟੈਕ ਆ ਰਹੇ ਨੇ, ਤਾਂ ਇਹਦਾ ਕਾਰਨ ਜਿਹੜਾ ਮਨੁੱਖ ਖੁਦ ਹੈ ਜਾਂ ਰੋਂਗ ਟਰੀਟਮੈਂਟ ਹੈ। ਅਤੇ ਫਿਰ ਮੈਨੂੰ ਇਹ ਦੱਸੋ ਵੀ ਜਿਸ ਬੰਦੇ ਦੀ ਕਿਡਨੀ ਖਰਾਬ ਹੋ ਗਈ, ਉਹ 120 ਸਾਲ ਜਾਂ 100 ਸਾਲ ਕਿਵੇਂ ਜਿਊਗਾ? ਉਹਦੀ ਤਾਂ ਉਮਰ ਹੀ ਅਸੀਂ ਕਹਿ ਲਈਏ ਕਿ 10 ਜਾਂ 5 ਸਾਲ ਅਸੀਂ ਕਹਿ ਲਈਏ, ਜ਼ਿਆਦਾ ਤੋਂ ਜ਼ਿਆਦਾ ਜ਼ੋਰ ਮਾਰ ਕੇ 8 ਸਾਲ ਹੋ ਸਕਦੇ ਜੇ ਬਹੁਤ ਜ਼ਿਆਦਾ ਵਧੀਆ ਟਰੀਟਮੈਂਟ ਉਹ ਲੈ ਰਿਹਾ ਅਜੋਕੇ ਵੇਲੇ। ਅਤੇ ਹਾਰਟ ਅਟੈਕ ਨੂੰ ਅਸੀਂ ਕਿਵੇਂ ਰੋਕ ਸਕਦੇ ਹਾਂ? ਹਾਰਟ ਅਟੈਕ ਵੀ ਬਹੁਤ 10 ਮਿੰਟਾਂ 'ਚ 5 ਮਿੰਟਾਂ 'ਚ ਬੰਦਾ ਜਿਹੜਾ ਪੂਰਾ ਹੋ ਜਾਂਦਾ। ਹੋਰ ਵੱਖ ਬਿਮਾਰੀਆਂ ਨੇ, ਫਿਰ ਉਹਦਾ ਟਰੀਟਮੈਂਟ ਕਿਵੇਂ ਹੋ ਸਕਦਾ ਜੀ? ਦੇਖੋ, ਪਹਿਲੀ ਗੱਲ ਤਾਂ ਆਪਾਂ ਨੂੰ ਬਿਮਾਰ ਪੈਣਾ ਹੀ ਨਹੀਂ ਚਾਹੀਦਾ। ਆਪਾਂ ਬਿਮਾਰ ਪੈਣ ਵਾਸਤੇ ਬਣੇ ਨਹੀਂ। ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਤੁਹਾਨੂੰ, ਡਾਕਟਰ ਆਜ਼ਾਦ ਨੇ, ਬਿਮਾਰ ਪੈਣ ਵਾਸਤੇ ਬਣੇ ਨਹੀਂ ਆ, ਲੇਕਿਨ ਬਿਮਾਰ ਹੋ ਰਹੇ ਆ ਬਿਕੋਜ਼ ਆਫ ਏ ਸਿਸਟਮ। ਮੈਂ ਤੁਹਾਨੂੰ ਦੱਸ ਚੁੱਕਾ ਪਹਿਲਾਂ ਹੀ, ਪੋਲਿਊਸ਼ਨ ਵੀ ਹੈ, ਪਾਣੀ ਦੇ ਮਿਲਾਵਟ ਵੀ ਹੈ, ਮਿੱਟੀ ਜ਼ਹਿਰ ਪਾਣਾ ਵੀ ਹੈ, ਖਾਣੇ ਦੀ ਕਈ ਗਲਤੀਆਂ ਵੀ ਨੇ, ਅਤੇ ਦਵਾਈਆਂ ਦਾ ਓਵਰ ਯੂਜ਼ ਵੀ ਹੈ। ਅਤੇ ਜੋ ਮੈਡੀਕਲ ਮਾਫੀਆ ਇਸ ਟਾਈਮ ਕੰਟਰੋਲ ਕਰ ਰਿਹਾ ਹੈ ਸਾਡੀ ਪੂਰੀ ਕਮਿਊਨਿਟੀ ਨੂੰ, ਇੱਕ ਸਪੈਸ਼ਲ ਕਮਿਊਨਿਟੀ ਜਿਹੜੀ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਪੜ੍ਹਿਆ ਲਿਖਿਆ ਅਤੇ ਸਮਝਦਾਰ ਮੰਨਦੀ ਹੈ। ਔਰ ਡਾਕਟਰ ਸਾਹਿਬ ਨੇ ਇੱਕ ਮੇਰੇ ਨਾਲ ਇੱਕ ਵੀਡੀਓ ਕੀਤੀ ਸੀ, ਉਹਦੇ 'ਚ ਕਿਹਾ ਸੀਗਾ ਕਿ ਜਦੋਂ MBBS ਦੇ ਪਹਿਲੇ ਸਾਲੇ ਬੱਚਾ ਦਾਖਲਾ ਲੈਂਦਾ ਹੈ, ਉਸੇ ਟਾਈਮ ਇੱਕ ਮਾਈਂਡ ਇਸ ਤਰ੍ਹਾਂ ਦਾ ਕ੍ਰੀਏਟ ਕਰ ਦਿੱਤਾ ਜਾਂਦਾ ਕਿ ਤੁਸੀਂ ਵਰਲਡ ਦੇ ਸਭ ਤੋਂ ਸੁਪੀਰੀਅਰ ਤੁਸੀਂ ਹੋ। ਉਹ ਇੰਨੀ ਈਗੋ ਭਰ ਜਾਂਦੀ ਹੈ ਕਿ ਉਹ ਕਦੀ ਆਪਣੀ ਪੈਥੀ ਤੋਂ ਇੱਧਰ ਉੱਧਰ ਝਾਕਦਾ ਹੀ ਨਹੀਂ। ਉਹ ਹੋਲਿਸਟਿਕ ਸਿਸਟਮ ਨੂੰ ਸਮਝਣਾ ਹੀ ਚਾਹੁੰਦਾ। ਉਹ ਆਯੁਰਵੇਦ ਨੂੰ ਤਾਂ ਕੁਛ ਸਮਝਦਾ ਹੀ ਨਹੀਂ, ਨੈਚੁਰੋਪੈਥੀ ਨੂੰ ਕੁਛ ਸਮਝਦਾ ਨਹੀਂ, ਉਹ ਦੂਜੇ ਡਾਕਟਰਾਂ ਨੂੰ ਵੀ ਕੁਛ ਨਹੀਂ ਸਮਝਦਾ। ਜਿਵੇਂ ਉਹ ਆਪਾਂ ਘੋੜੇ ਦੇ ਨਾਲ ਲਾ ਦਿੰਦੇ ਆਈ ਬਲਾਈਂਡਰ, ਸਿੱਧਾ ਦਿਖੇ ਬਸ, ਉਹ MBBS ਡਾਕਟਰਾਂ ਨਾਲ ਉਹ ਹੋ ਰਿਹਾ। ਹੋ ਕੀ ਰਿਹਾ? ਜਦੋਂ ਵੀ ਕਿਸੇ ਬੰਦੇ ਨੂੰ ਕੋਈ ਤਕਲੀਫ ਆਉਂਦੀ ਹੈ, ਉਹ ਸਿੱਧਾ ਜਾਂਦਾ ਇਹਨਾਂ ਡਾਕਟਰਾਂ ਕੋਲ ਹੀ। ਉਹ ਫਿਰ ਉਹੀ ਨੌਲੇਜ, ਉਹੀ ਤਰ੍ਹਾਂ ਦੀ ਦਵਾਈਆਂ ਅਤੇ ਉਹੀ ਤਰ੍ਹਾਂ ਦੇ ਉਹ ਪੂਰੇ ਦੇ ਪੂਰੇ ਟਰੈਪ ਦੇ ਵਿੱਚ ਆ ਜਾਂਦਾ ਜੋ ਮੈਡੀਕਲ ਮਾਫੀਆ ਨੇ ਤਿਆਰ ਕੀਤੇ ਹੈ। ਮੈਡੀਕਲ ਸਾਇੰਸ ਨਹੀਂ ਹੈ ਬੇਸਿਕਲੀ, ਉਹ ਸਾਇੰਸ ਵੀ ਮਤਲਬ ਕਰਦੀ ਗਈ, ਉਹਨੂੰ ਕਹਿ ਸਕਦੇ ਹਾਂ ਆਪਾਂ
ਕਬਜ਼ਾ ਹੋ ਗਿਆ ਉਸ ਦੇ ਉੱਤੇ, ਉਹ ਕੈਪਚਰ ਹੋ ਗਈ ਉਸ ਦੇ ਉੱਤੇ, ਤੇ ਉਹ ਪ੍ਰੋਬਲਮ ਕੀ ਆਈ, ਇਹ ਦਿੱਕਤ ਆਪਾਂ ਨੂੰ ਆ ਰਹੀ ਹੈ। ਹੁਣ ਮੈਂ ਕੀ ਕਹਿਣਾ ਚਾਹਾਂਗਾ ਕਿ ਤੁਸੀਂ ਕਹਿ ਰਹੇ ਹੋ ਇਲਾਜ ਕੀ ਹੈ, ਤੇ ਤੁਸੀਂ ਇਲਾਜ ਦੇਖੋ। ਦੁਨੀਆ ਵਿੱਚ ਰਾਸ਼ਟਰਪਤੀ ਸੀ ਬਿਲ ਕਲਿੰਟਨ। ਬਿਲ ਕਲਿੰਟਨ ਨੂੰ ਪ੍ਰੋਬਲਮ ਆਈ, ਸਟੰਟ ਪਏ, ਫੇਫੜੇ ਦੀ ਬਿਮਾਰੀ ਹੋਈ, ਉਹਨੂੰ ਪੈਨਕ੍ਰੀਆਸ ਦੀ ਪ੍ਰੋਬਲਮ ਹੋਈ, ਡਾਇਬਟੀਜ਼ ਵੀ ਸੀ, ਮੋਟਾ ਵੀ ਹੋ ਗਿਆ। ਉਹਨੂੰ ਜਦੋਂ ਕੋਈ ਇਲਾਜ ਸਮਝ ਨਹੀਂ ਆਇਆ, ਉਹਨੇ ਨੈਚੁਰਲ ਇਲਾਜ ਚੁਣਿਆ। ਉਹਨੇ ਸਟੰਟ ਵੀ ਕਢਵਾ ਲਏ, ਸਿਰਫ ਤੇ ਸਿਰਫ ਆਪਣੀ ਡਾਈਟ ਨੂੰ ਚੇਂਜ ਕੀਤਾ, ਲਾਈਫ ਸਟਾਈਲ ਨੂੰ ਚੇਂਜ ਕੀਤਾ, ਤੇ ਉਹੀ ਸਟੱਡੀ, ਉਹੀ ਨੌਲੇਜ ਇੱਥੇ ਹਿਮਸ ਹਸਪੀਟਲ ਚੰਡੀਗੜ੍ਹ ਜਾਂ ਲਖਨਊ, ਜਿੱਥੇ ਤਾਂ ਸਾਡੇ ਹਿਮਸ ਨੇ, ਉਹ ਸਭ ਜਗ੍ਹਾ ਯੂਜ਼ ਹੋ ਰਹੀ ਹੈ, ਜਿੱਥੇ ਤਾਂ ਸਾਡੇ ਕਲੀਨਿਕਸ ਨੇ, ਉੱਥੇ ਯੂਜ਼ ਹੋ ਰਹੀ ਹੈ ਕਿ ਬਾਡੀ ਦੇ ਅੰਦਰ ਹੀ ਹੀਲਿੰਗ ਪਾਵਰ ਹੈ। ਮਤਲਬ ਤੁਹਾਡਾ ਕਹਿਣ ਦਾ ਮਤਲਬ ਇਹ ਹੈ ਵੀ ਅਗਰ ਕਿਸੇ ਨੂੰ ਕਿਡਨੀ ਦੀ ਪ੍ਰੋਬਲਮ ਹੋ ਗਈ, ਕੋਈ ਡਾਇਲਿਸਿਸ ਦੇ ਉੱਤੇ ਚਲਾ ਗਿਆ, ਅਗਰ ਤੁਹਾਡੇ ਨਾਲ ਸੰਪਰਕ ਕਰਦਾ ਉਹ, ਤਾਂ ਉਹ ਠੀਕ ਹੋ ਜਾਊਗਾ। ਬਿਲਕੁਲ। ਤੁਸੀਂ ਇੱਥੇ ਹਸਪੀਟਲ ਦੇ ਅੰਦਰ ਇਸ ਟਾਈਮ ਲਗਭਗ 100 ਪੇਸ਼ੈਂਟ ਐਡਮਿਟ ਨੇ। ਤੁਸੀਂ ਕਿਸੇ ਵੀ 50 ਨੂੰ, 70 ਨੂੰ, 20 ਨੂੰ, 40 ਨੂੰ ਮਿਲ ਲਓ, ਪੁੱਛੋ। ਮੈਂ ਚਾਹਾਂਗਾ ਤੁਸੀਂ ਇਸ ਰਿਕਾਰਡਿੰਗ ਦੇ ਵਿੱਚ ਇੰਟਰਵਿਊ ਦਿਖਾਓ ਪੇਸ਼ੈਂਟ ਦੇ, ਜਿਹੜੇ ਠੀਕ ਹੋਏ ਆ, ਜਿਹੜੇ ਟੱਬ ਵਿੱਚ ਬੈਠੇ ਆ, ਜਿਹੜੇ ਪੰਚਕਰਮਾ ਕਰਾ ਰਹੇ ਆ, ਜਿਹੜੇ ਹੈਡ ਡਾਊਨ ਟਿਲਟ ਲੈ ਰਹੇ ਆ, ਜਾਂ ਡਾਈਟ ਦੀ ਵੀਡੀਓ ਬਣਾਓ। ਜਾਂ ਸਾਡਾ ਸੈਸ਼ਨ ਵੀ ਹੁੰਦਾ ਹੈ ਡੇਲੀ ਸਾਡੇ ਹਸਪੀਟਲ ਵਿੱਚ 3 ਤੋਂ 4 ਇੱਕ ਟ੍ਰੇਨਿੰਗ ਸੈਸ਼ਨ ਹੁੰਦਾ ਹੈ, ਕਿਉਂਕਿ ਸਾਡੇ ਹਸਪੀਟਲ ਦਾ ਨਾਮ ਹੀ ਹੈ ਹਸਪੀਟਲ ਐਂਡ ਇੰਸਟੀਚਿਊਟ ਆਫ ਇੰਟੀਗ੍ਰੇਟਿਡ ਮੈਡੀਕਲ ਸਾਇੰਸਿਸ, ਜਿਹਨੂੰ ਅਸੀਂ ਹਿਮਸ ਕਹਿੰਦੇ ਹਾਂ। ਕਿ ਇੱਥੇ ਟ੍ਰੇਨਿੰਗ ਹੁੰਦੀ ਹੈ, ਐਜੂਕੇਸ਼ਨ ਹੁੰਦੀ ਹੈ, ਹਾਊ ਟੂ ਲਿਵ, वट यू ईट, वट नॉट टू ईट, की खाओ की नहीं खाओ, की ज़्यादा खाओ की कम खाओ। एक सब तो बड़ी बात, किस चीज़ के साथ किस चीज़ को नहीं खाओ, ये भी बहुत ज़रूरी है। और एक बीमारी है सफ़ेद दाग, ल्यूकोडर्मा, जिंदे सारे शरीर के अंदर चकते आ जाते हैं, दाग आ जाते हैं, कभी कोनी ते, मूँह ते, या कितने भी आ जाते हैं। हुण आयुर्वेद ने साफ साफ क्या होया है कि दूध की बनी 2 चीज़ें इकट्ठी मत खाओ, किसी भी फल के साथ दूध को मत खाओ। तो फिर सारा हिंदुस्तान मैंगो शेक पीती जाता है, बनाना शेक पीती जाता है, ਦੁੱਧ ਨਾਲ ਦਹੀਂ, ਮਤਲਬ ਦੁੱਧ ਤੇ ਦਹੀਂ ਦੀ 2 ਚੀਜ਼ਾਂ ਇਕੱਠੀਆਂ ਖਾ ਰਿਹਾ, ਉਧਰੋਂ ਖੀਰ ਬਣ ਰਹੀ ਹੈ, ਉਧਰੋਂ ਰਾਇਤਾ ਖਾ ਰਿਹਾ, ਤੇ ਕਈ ਗਲਤੀਆਂ ਕਰ ਰਿਹਾ। ਚਿੱਟਾ ਨਮਕ ਆਪਾਂ ਹਰ ਜਗ੍ਹਾ ਪਾ ਰਹੇ ਹਾਂ, ਸਲਾਦ ਤੇ, ਫਰੂਟ ਤੇ, ਦਹੀਂ ਤੇ, ਰਾਇਤੇ ਤੇ, ਜਦੋਂ ਕੋਈ ਨਹੀਂ ਟੱਕਰਦਾ ਲੋਕਾਂ ਦੇ ਜ਼ਖਮਾਂ ਤੇ, ਫਿਰ ਕੀ ਇਲਾਜ ਕਰੋਗੇ ਤੁਸੀਂ? ਤੇ ਥੋੜ੍ਹਾ ਸੁਧਰਨਾ ਪਊਗਾ ਆਪਾਂ ਨੂੰ। ਚਿੱਟਾ ਨਮਕ ਜ਼ਹਿਰ ਹੈ, ਨਮਕ ਦਾ ਐਕਚੁਅਲ ਕਲਰ ਮਟਮੈਲਾ ਹੈ। ਆਪਾਂ ਸੈਂਦਾ ਨਮਕ ਨੈਚੁਰਲ ਨਮਕ ਹੈ, ਕਾਲਾ ਨਮਕ ਨੈਚੁਰਲ ਨਮਕ ਹੈ। ਇਹ ਚੀਜ਼ਾਂ ਯੂਜ਼ ਕਰੀਏ। ਆਪਾਂ ਫੈਕਟਰੀ ਵਾਲਾ ਨਮਕ ਯੂਜ਼ ਕਰ ਰਹੇ ਹਾਂ, ਚੀਨੀ ਆਪਾਂ ਫੈਕਟਰੀ ਵਾਲੀ ਯੂਜ਼ ਕਰ ਰਹੇ ਹਾਂ। ਆਪਾਂ ਯੂਜ਼ ਕਰੀਏ ਗੁੜ, ਆਪਾਂ ਯੂਜ਼ ਕਰੀਏ ਸ਼ੱਕਰ, ਤੇ ਬਹੁਤ ਸਾਰੀ ਗੱਲਾਂ ਨੇ ਕਰਨ ਨੂੰ। ਇਹ ਟੌਪਿਕ ਖਤਮ ਨਹੀਂ ਹੋਏਗਾ, ਲੇਕਿਨ ਇੱਕੋ ਤਰੀਕਾ ਹੈ। ਚਾਹੇ ਲੀਵਰ ਫੇਲ ਹੈ, ਚਾਹੇ ਕਿਡਨੀ ਫੇਲ ਹੈ, ਚਾਹੇ ਸਟੇਜ 4 ਕੈਂਸਰ ਹੈ, ਚਾਹੇ ਥੈਲੀਸੀਮੀਆ ਹੈ, ਜਾਂ ਕੋਈ ਹੋਰ ਵੱਡੀ ਬਿਮਾਰੀ ਹੈ, ਜਿਹਨੂੰ ਦੁਨੀਆ 'ਚ ਮਾਡਰਨ ਪੈਥੀ ਕਹਿੰਦੀ ਹੈ ਲਾ ਇਲਾਜ ਹੈ। ਸੌਰੀ, ਉਹ ਇਲਾਜ ਹੈ, ਉਹਨਾਂ ਕੋਲ ਨਹੀਂ ਹੈ। ਲਾ ਇਲਾਜ ਉਹਨਾਂ ਵਾਸਤੇ ਹੈ, ਸਾਡੇ ਵਾਸਤੇ ਨਹੀਂ, ਆਯੁਰਵੇਦ ਵਾਸਤੇ ਨਹੀਂ, ਨੈਚੁਰੋਪੈਥੀ ਵਾਸਤੇ ਨਹੀਂ। ਡਾਕਟਰ ਆਜ਼ਾਦ MBBS ਹੈਗੇ ਹੈ, ਲੇਕਿਨ ਹੁਣ ਨਹੀਂ, ਬਿਕੋਜ਼ ਉਹਨਾਂ ਨੇ ਹੁਣ ਹੋਲਿਸਟਿਕ ਸਿਸਟਮ ਅਪਣਾ ਲਿਆ। ਉਹਨਾਂ ਨੇ ਹੁਣ ਡਾਈਟ ਨੂੰ ਮੇਨ ਬਣਾ ਲਿਆ, ਲਾਈਫ ਸਟਾਈਲ ਨੂੰ ਮੇਨ ਬਣਾ ਲਿਆ। ਲੋਕਾਂ ਦਾ ਖੁਰਾਕ ਸੁਧਾਰ ਰਹੇ ਹਾਂ ਆਪਾਂ। ਪੁਰਾਣੇ ਟਾਈਮ ਵਿੱਚ ਡਾਕਟਰ ਸਾਹਿਬ ਵੀ ਦੱਸਦੇ ਹੈ ਕਿ ਅਸੀਂ ਸਾਰਾ ਸਾਲ ਅਲੱਗ-ਅਲੱਗ ਤਰ੍ਹਾਂ ਦੇ ਅਨਾਜ ਖਾਂਦੇ ਸੀ, ਕਦੀ ਮੱਕੀ, ਕਦੀ ਬਾਜਰਾ, ਮੌਸਮ ਦੇ ਹਿਸਾਬ ਨਾਲ। ਅੱਜ ਕੱਲ੍ਹ ਪੂਰਾ ਸਾਲ ਗੇਹੂੰ ਤੇ ਚਾਵਲ, ਗੇਹੂੰ ਤੇ ਚਾਵਲ। ਇੰਨਾ ਜ਼ਿਆਦਾ ਬੇੜਾਗਰ ਕਰਤਾ गेहूं ਤੇ ਚਾਵਲ। ਇੰਨੀ ਵੱਡੀ ਬਿਮਾਰੀ ਹੈ। ਮੈਂ ਚਾਹੂੰਗਾ ਇਹਦਾ ਆਨਸਰ ਡਾਕਟਰ ਸਾਹਿਬ ਵਧੀਆ ਦੇਣਗੇ, ਕਿਉਂਕਿ ਜਿਵੇਂ ਹੀ ਆਪਾਂ ਗੇਹੂੰ ਚਾਵਲ ਖਾਂਦੇ ਹਾਂ, ਇਮੀਡੀਏਟਲੀ ਬਾਡੀ ਦੇ ਅੰਦਰ ਸ਼ੂਗਰ ਦਾ ਬਲਾਸਟ ਆਉਂਦਾ, ਮਤਲਬ ਬਾਡੀ ਦੇ ਅੰਦਰ, ਬਲੱਡ ਦੇ ਅੰਦਰ ਗਲੂਕੋਜ਼ ਵੱਧਦਾ ਹੈ। ਪਹਿਲਾਂ ਗਲੂਕੋਜ਼ ਵੱਧਦਾ ਹੈ, ਫਿਰ ਉਹਦੇ ਵਿੱਚ ਇਨਸੂਲਿਨ ਦਾ ਵੀ ਸਪਾਈਕ ਲਿਆਉਣਾ ਪੈਂਦਾ ਬਾਡੀ ਨੂੰ। ਉਸ ਚੱਕਰ ਵਿੱਚ ਬਾਡੀ ਡਿਸਟਰਬ ਹੋ ਰਹੀ ਹੈ, ਸਾਰਾ ਮੈਕੈਨਿਜ਼ਮ ਵਿਗੜ ਰਿਹਾ ਹੈ, ਮੈਟਾਬੋਲਿਜ਼ਮ ਵਿਗੜ ਰਿਹਾ ਹੈ, ਸਾਡਾ ਲੀਵਰ ਖਰਾਬ ਹੋ ਰਿਹਾ, ਕਿਡਨੀ ਫੇਲ ਹੋ ਰਹੀ ਹੈ। ਉੱਤੋਂ ਆਪਾਂ ਦਵਾਈਆਂ ਖਾ ਰਹੇ ਹਾਂ। BP ਹੋ ਗਿਆ, BP ਦੀ ਗੋਲੀ ਖਾ ਰਹੇ ਹਾਂ। BP ਹੋਇਆ ਕਿਉਂ? ਕਾਰਨ ਨਹੀਂ ਚੈੱਕ ਕਰ ਰਹੇ। ਸ਼ੂਗਰ ਹੋ ਗਈ, ਸ਼ੂਗਰ ਦੀ ਗੋਲੀ ਖਾ ਰਹੇ। ਸ਼ੂਗਰ ਹੋਈ ਕਿਉਂ? ਕਾਰਨ ਤੇ ਚੈੱਕ ਕਰ ਲਓ, ਤੇ ਕਾਰਨ ਨਾਲ ਸੁਧਾਰ ਕੇ। ਤੁਸੀਂ ਤਾਂ ਮਾਫ ਕਰਨਾ, ਮੈਂ ਤੁਹਾਨੂੰ ਵਿੱਚੋਂ ਰੋਕ ਰਿਹਾ। ਤੁਸੀਂ ਪਿਛਲੀ ਵੀਡੀਓ ਦੇ ਵਿੱਚ ਕਿਹਾ ਸੀ ਕਿ ਸ਼ੂਗਰ, BP, PCOD ਇਹ ਤੁਹਾਡੇ ਵਾਸਤੇ ਚੁਟਕੀਆਂ ਵਾਲੀਆਂ ਗੱਲਾਂ ਨੇ, ਮਤਲਬ ਜਿਹਨੂੰ ਮਜ਼ਾਕ 'ਚ ਤੁਸੀਂ ਠੀਕ ਕਰ ਸਕਦੇ ਹੋ। ਪਰ ਦੁਨੀਆ ਤੇ ਬੜੀ ਪਰੇਸ਼ਾਨ ਹੈ, ਵੱਡੇ ਵੱਡੇ ਪੈਕੇਜ ਲਈ ਫਿਰਦੀ ਹੈ ਜੀ। ਮਤਲਬ ਸ਼ੂਗਰ ਠੀਕ ਕਰਾਉਣ ਨੂੰ, ਆਪਣੀ ਕਿਡਨੀਆਂ ਠੀਕ ਕਰਾਉਣ ਨੂੰ, ਲੀਵਰ ਠੀਕ ਕਰਾਉਣ ਨੂੰ। ਅਸੀਂ ਨਹੀਂ ਠੀਕ ਕਰਦੇ, ਬਾਡੀ ਆਪ ਠੀਕ ਕਰਦੀ ਹੈ। ਅਸੀਂ ਤਾਂ ਮਾਹੌਲ ਦਿੰਦੇ ਹਾਂ, ਅਸੀਂ ਤਾਂ ਡਾਈਟ ਦੱਸਦੇ ਹਾਂ, ਮਾਈਂਡ ਮੈਨੇਜਮੈਂਟ। ਡਾਕਟਰ ਸਾਹਿਬ ਤਾਂ 5 ਪਿਲਰ ਦੀ ਗੱਲ ਕਰਦੇ ਆ ਨਾ, ਦਵਾ ਪੌਦੇ ਦੀ ਤੇ ਖਾਣ ਪਾਨ ਦੀ, ਪਲੱਸ ਨਾਲ ਮਾਈਂਡ ਦੀ, ਪਲੱਸ ਅਸੀਂ ਨੰਗੇ ਪਾਉਂ ਲੋਕਾਂ ਨੂੰ ਘਾਸ 'ਤੇ ਘੁੰਮਣ ਨੂੰ ਕਹਿੰਦੇ ਹਾਂ। ਹੁਣ ਜਿਵੇਂ ਬਾਰਿਸ਼ ਆ ਰਹੀ ਹੈ, ਅਸੀਂ ਤਾਂ ਕਹਿ ਦਾਂਗੇ ਲੋਕਾਂ ਨੂੰ ਨਹਾਓ। ਅਸੀਂ ਤਾਂ ਮਨਾ ਨਹੀਂ ਕਰਦੇ ਕੁਛ ਵੀ ਇੱਥੇ ਲੋਕਾਂ ਨੂੰ, ਕਿਉਂਕਿ ਨੈਚੁਰਲ ਪ੍ਰਕਿਰਤੀ ਦੇ ਜਦੋਂ ਕਰੀਬ ਜਾਓਗੇ, ਪ੍ਰਕਿਰਤੀ ਤੁਹਾਨੂੰ ਹੀਲ ਕਰੇਗੀ। ਦੁਨੀਆ 'ਚ ਇੱਕ ਹੀ ਬੰਦਾ ਤੁਹਾਨੂੰ ਠੀਕ ਕਰ ਸਕਦਾ ਹੈ। ਦੁਨੀਆ 'ਚ ਨਾ ਮੈਂ, ਨਾ ਡਾਕਟਰ ਆਜ਼ਾਦ, ਨਾ ਕੋਈ ਹੋਰ ਵੱਡਾ ਡਾਕਟਰ। ਇੱਕ ਹੀ ਬੰਦਾ ਠੀਕ ਕਰ ਸਕਦਾ ਹੈ। ਉਹ ਸ਼ੀਸ਼ਾ ਵੇਖਣ 'ਚ ਨਜ਼ਰ ਆਉਂਦਾ ਹੈ। ਉਸ ਬੰਦੇ ਨੂੰ ਟ੍ਰੇਨਿੰਗ ਲੈਣ ਦੀ ਲੋੜ ਹੈ ਬੇਸਿਕਲੀ। ਉਹ ਦੁਨੀਆ ਉਹ ਠੀਕ ਹੋ ਜਾਊਗਾ।
ਤੇ ਡਾਕਟਰ ਸਾਹਿਬ ਜਿਸ ਤਰੀਕੇ ਨਾਲ ਤੁਸੀਂ ਵੀ ਪਹਿਲਾਂ ਬਹੁਤ ਪੜ੍ਹਾਈ ਅੰਗਰੇਜ਼ੀ ਵਾਲੇ ਪਾਸੇ ਰਹੇ ਹੋ, ਤੁਸੀਂ ਟੀਵੀ ਸੈਂਟਰ ਦੇ ਵੀ ਇੰਚਾਰਜ ਰਹੇ ਹੋ ਰਜਿੰਦਰਾ ਹਸਪਤਾਲ ਦੇ ਵਿੱਚ, ਤੁਸੀਂ ਐਮਡੀ ਜਿਹੜੀ ਕਮਿਊਨਿਟੀ ਸਾਇੰਸ ਮੈਡੀਕਲ ਸਾਇੰਸ ਦੇ ਵਿੱਚੋਂ, ਤੇ ਫਿਰ ਕਿੰਨਾ ਕੁ ਫਰਕ ਹੈ ਜੀ? ਹੁਣ ਜਿਵੇਂ ਵੈਦ ਜੀ ਕਹਿ ਰਹੇ ਨੇ ਕਿ ਜੀ ਜਿਹੜਾ ਕਿਡਨੀਆਂ ਠੀਕ ਕਰ ਦਿੰਦੇ ਨੇ ਉਹ ਹਿਮਸ ਦੇ ਵਿੱਚ, ਉਹ ਲੀਵਰ ਠੀਕ ਕਰ ਦਿੰਦੇ ਨੇ ਹਿਮਸ ਦੇ ਵਿੱਚ, ਔਰ ਹੋਰ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜਾ ਲਾ ਇਲਾਜ ਬਿਮਾਰੀ ਜਿਹਨੂੰ ਕਹਿ ਦਿੱਤਾ ਜਾਂਦਾ ਮੈਡੀਕਲ ਸਾਇੰਸ ਦੇ ਵਿੱਚ ਕਿ ਲਾ ਇਲਾਜ ਬਿਮਾਰੀ ਇਹਦਾ ਕੋਈ ਇਲਾਜ ਨਹੀਂ, ਸੌਰੀ ਹੋ ਸਕਦੇ ਜੀ ਜੋ ਕੁਛ ਇਹ ਕਹਿ ਰਹੇ ਨੇ ਆਚਾਰੀਆ ਜੀ ਜੋ ਕਹਿ ਰਹੇ ਨੇ ਉਹ ਠੀਕ ਹੈ? ਨਹੀਂ, ਉਹ ਵੀ ਅਸੀਂ ਠੀਕ ਨਹੀਂ ਕਰਦੇ। ਉਹ ਕੁਦਰਤ ਦੇ ਵਿੱਚ ਸਰੀਰ 'ਚ ਇਨਬਿਲਟ ਸਿਸਟਮ ਹੈ। ਪਹਿਲਾਂ ਅਸੀਂ ਉਹਨੂੰ ਸਮਝ ਲਿਆ ਤੇ ਅਸੀਂ ਉਹਨੂੰ ਸਪੋਰਟ ਕਰਦੇ ਹਾਂ। ਅਸੀਂ ਉਹਨੂੰ ਸਪੋਰਟ ਕਰਨਾ ਸਿਖਾਉਂਦੇ ਹਾਂ। ਬਸ ਸਾਡਾ ਕੰਮ ਟੀਚਰ ਦਾ। ਅਸੀਂ ਤਾਂ ਬੰਦੇ ਨੂੰ ਐਂ ਕਰਕੇ ਦਿਸ਼ਾ ਦਿਖਾਉਣੀ ਹੈ, ਜਾਣਾ ਬੰਦੇ ਨੇ ਉਹਨੇ। ਸੋ ਉਹ ਸਿਸਟਮ ਆਲਰੇਡੀ ਸਰੀਰ 'ਚ ਹੈਗਾ। ਪ੍ਰਮਾਤਮਾ ਨੇ, ਕੁਦਰਤ ਨੇ ਸਾਡੇ ਅੰਦਰ ਪਾਇਆ ਹੋਇਆ ਆਪਣੇ ਆਪ ਨੂੰ ਸੈਲਫ ਹੀਲਿੰਗ ਦਾ। ਉਹ ਸੈਲਫ ਹੀਲਿੰਗ ਦੇ ਮੈਕੈਨਿਜ਼ਮ ਨੂੰ ਕਿਵੇਂ ਉਹ ਸੁਸਤ ਹੋ ਗਿਆ, ਗਲਤੀਆਂ ਕਰਕੇ ਸੋ ਗਿਆ, ਸੁਸਤ ਹੋ ਗਿਆ, ਠੰਡਾ ਪੈ ਗਿਆ, ਜਾਂ ਜਿਹਨੂੰ ਕਹਿੰਦੇ ਤੁਹਾਡੀ, ਉਹਨੂੰ ਆਪਾਂ ਯੋਗਾ ਦੀ ਟਰਮ 'ਚ ਕਹੀਏ ਤਾਂ ਜਿਹੜੀ ਤੁਹਾਡੀ ਅਗਨੀ ਹੈ ਸਰੀਰ ਦੀ, ਤੁਹਾਡੇ ਅੰਦਰ ਜਿਹੜੀ ਊਰਜਾ ਹੈ ਉਹ ਜਿਹੜੀ ਮੱਧਮ ਪੈ ਗਈ। ਉਹ ਮੱਧਮ ਪਈ ਨੂੰ ਇੱਕ ਵਾਰੀ ਫਿਰ ਤੇਜਤ ਕਰਨਾ, ਜਰਾ ਉਤੇਜਿਤ ਕਰਨਾ। ਉਹਦੇ ਤਰੀਕੇ ਦੱਸਦੇ ਹਾਂ, ਉਹ ਸਮਝਾਉਂਦੇ ਹਾਂ, ਅਸੀਂ ਟੀਚ ਕਰਦੇ ਹਾਂ ਪੇਸ਼ੈਂਟ ਨੂੰ। ਪੇਸ਼ੈਂਟ ਜਿਹੜਾ ਫੋਲੋ ਕਰ ਲੈਂਦਾ ਉਹ ਨਾਲ ਦੀ ਨਾਲ ਰਿਜ਼ਲਟ ਆਉਂਦਾ। ਉਹਨੂੰ ਕੋਈ ਇਹਦੇ 'ਚ ਕੋਈ ਟਾਈਮ ਨਹੀਂ ਲੱਗਦਾ। ਅਗਲੇ ਦਿਨ ਜਾਂ ਅਗਲੇ ਹਫਤੇ ਜਾਂ ਵੱਧ ਤੋਂ ਵੱਧ ਕੁਛ ਚੀਜ਼ਾਂ ਨੇ ਮਹੀਨੇ ਇੱਕ ਦੋ ਮਹੀਨਿਆਂ 'ਚ ਸਾਰੀਆਂ ਦੀਆਂ ਸਾਰੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਬਿਲਕੁਲ ਐਨ ਜਿਹਨੂੰ ਕਹਿੰਦੇ ਆ ਮੋਮ ਵਾਂਗੂ ਪਿਘਲ ਜਾਂਦੀਆਂ ਨੇ। ਜਿਹਦੇ ਲਈ ਜਿਹਨੂੰ ਐਲੋਪੈਥੀ ਨੇ ਬੜਾ ਵੱਡਾ ਪਹਾੜ ਬਣਾ ਰੱਖਿਆ ਵੀ ਐਡੇ ਵੱਡੇ ਪਹਾੜ ਨੇ। ਆਟੋਮਿਊਨ ਡਿਸਆਰਡਰ ਜਦੋਂ ਅਸੀਂ ਕਿਸੇ ਐਲੋਪੈਥੀ ਵਾਲੇ ਨੂੰ ਕਹਿੰਦੇ ਵੀ ਠੀਕ ਹੋ ਜਾਂਦੇ ਤਾਂ ਉਹਦੀਆਂ ਅੱਖਾਂ ਟੱਡੀਆਂ ਰਹਿ ਜਾਂਦੀਆਂ ਨੇ ਵੀ ਆਟੋਮਿਊਨ ਡਿਸਆਰਡਰ ਵੀ ਠੀਕ ਹੋ ਜਾਂਦੇ ਆ। ਉਹਦੀਆਂ ਭੈੜੀਆਂ ਦਵਾਈਆਂ ਪਾਉਂਦੇ, ਮਿਜ਼ਾਲਾਮੀਨ ਤੇ ਸਟੀਰਾਇਡ ਤੇ ਪਤਾ ਨਹੀਂ ਕਿਆ ਪਾ ਦਿੰਦੇ ਆ। ਉਹ ਦਵਾਈਆਂ ਦੇ ਵਿਚਾਰੇ ਸਾਈਡ ਇਫੈਕਟ ਭੁਗਤਦੇ, ਮਰੀਜ਼ ਮਰ ਜਾਂਦੇ ਆ। ਤਾਂ ਉਹ ਕਿਤੇ ਨਾ ਕਿਤੇ ਜਿਹਨਾਂ ਬਿਮਾਰੀਆਂ ਨੂੰ ਇਹਨਾਂ ਨੇ ਜਿਹੜਾ ਪਹਾੜ ਬਣਾ ਰੱਖਿਆ ਉਹ ਸਾਡੇ ਵਾਸਤੇ ਕੁਝ ਵੀ ਨਹੀਂ ਹੈ। ਸਰੀਰ ਥੋੜ੍ਹਾ ਬਿਮਾਰ ਹੈ, ਸਰੀਰ ਨੂੰ ਤਾਂ ਕੁਝ ਨਹੀਂ ਹੋਇਆ, ਖਾਣਾ ਪੀਣਾ ਬਿਮਾਰ ਹੈ। ਤੇ ਖਾਣਾ, ਸੋ ਇਹ ਜਿਹੜਾ ਸਾਰਾ ਦਾ ਸਾਰਾ ਵਰਤਾਰਾ, ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਕਿ ਬੰਦੇ ਪਹਿਲਾਂ ਕਿਉਂ ਮਰ ਰਹੇ ਹੈ, ਉਹ ਇਸ ਕਰਕੇ ਮਰ ਰਹੇ ਹੈ ਕਿ ਸਾਡਾ ਪਹਿਲੀ ਗੱਲ ਤਾਂ ਕੁਛ ਤਾਂ ਸਾਡੀਆਂ ਆਦਤਾਂ ਖਰਾਬ ਹੋ ਗਈਆਂ। ਲੇਕਿਨ ਉਹ ਆਦਤਾਂ ਵੀ ਸਾਡੀਆਂ ਖਰਾਬ ਕੋਈ ਇਹ ਨਹੀਂ ਹੋਈਆਂ ਕਿ ਅਸੀਂ ਕੋਈ ਪਾਗਲ ਹੋ ਗਏ ਹਾਂ। ਉਹ ਇੱਕ ਪਰਟੀਕੂਲਰ ਹਿਸਟੋਰੀਕਲ ਜੇ ਉਹਨੂੰ ਇਤਿਹਾਸਿਕ ਸੰਦਰਭ 'ਚ ਦੇਖਾਂਗੇ ਤਾਂ ਕਿਸ ਢੰਗ ਦੇ ਨਾਲ ਜਿੱਦਾਂ ਕੈਪੀਟਲਿਜ਼ਮ ਡਿਵੈਲਪ ਹੋਇਆ ਤੇ ਆ ਕੇ ਫਿਰ ਕੰਪਨੀਆਂ ਆਈਆਂ ਤੇ ਹੋਰ ਆਏ, ਇਹਨਾਂ ਲੋਕਾਂ ਨੇ ਆ ਕੇ ਆਪਣੇ ਪ੍ਰੋਫਿਟ ਦੀ ਖਾਤਰ ਜਦੋਂ ਮੁਨਾਫਾ ਮੁੱਖ ਬਣ ਗਿਆ ਤੇ ਮਨੁੱਖਤਾ ਤੇ ਕੁਦਰਤ ਪਿੱਛੇ ਚਲੀ ਗਈ। ਨਾ ਕੁਦਰਤ ਨੂੰ ਟਿੱਚ ਸਮਝਿਆ ਉਹਨਾਂ ਨੇ, ਨਾ ਕਿਸੇ ਮਨੁੱਖ ਦੀ ਸਿਹਤ ਨੂੰ ਟਿੱਚ ਸਮਝਿਆ। ਉਹਨਾਂ ਨੇ ਕਿਹਾ ਵੀ ਸਾਨੂੰ ਸਾਡਾ ਮੁਨਾਫਾ ਹੋਣਾ ਚਾਹੀਦਾ, ਸਾਨੂੰ ਹੋਰ ਕਿਸੇ ਗੱਲ ਦਾ ਮਤਲਬ ਨਹੀਂ ਹੈ। ਕੋਈ ਉਹਨਾਂ ਦਾ ਐਥਿਕ ਨਹੀਂ ਹੈ, ਕੋਈ ਮੋਰੈਲਿਟੀ ਨਹੀਂ ਹੈ, ਕੁਛ ਨਹੀਂ ਹੈ ਉਹਨਾਂ ਵਾਸਤੇ। ਸੋ ਉਹ ਇੱਦਾਂ ਦਾ ਉਹਨਾਂ ਦਾ ਕੰਮ ਹੈ ਸਾਰਾ। ਤੇ ਉਹ ਜਿਹੜਾ ਹੌਲੀ ਹੌਲੀ ਜਿਹੜਾ ਪਿਛਲੇ 100 ਸਾਲ 'ਚ ਵਾਪਰਿਆ, ਪਿਛਲੇ 50 ਸਾਲ ਤੋਂ ਜ਼ਿਆਦਾ ਤੀਬਰ ਹੋ ਗਿਆ। ਔਰ 90 ਤੋਂ ਬਾਅਦ ਤਾਂ ਫਿਰ ਆਤੀ ਕਰਤੀ ਇਹਨਾਂ ਨੇ ਵੀ ਤੁਸੀਂ ਦੇਖੋ ਕੁਛ ਵੀ ਨੈਚੁਰਲ ਨਹੀਂ ਛੱਡਿਆ ਇਹਨਾਂ ਨੇ। ਜਦੋਂ ਮੈਂ ਛੋਟਾ ਸੀਗਾ ਕਹਿੰਦੇ ਜੀ ਡਾਲਡਾ ਘਿਓ ਖਾਓ, ਦੇਸੀ ਨਾ ਖਾਓ, ਬਿਮਾਰ ਕਰਦਾ। ਉਹ ਬਾਕੀ ਹੁਣ ਸਿੱਧ ਹੋ ਗਿਆ ਕਿ ਡਾਲਡਾ ਘਿਓ ਸਭ ਤੋਂ ਗੰਦਾ ਘਿਓ ਹੈ। ਜੇ ਘਿਓ ਕੋ ਮਾੜਾ ਮੋਟਾ ਖਾਣਾ, ਦੇਸੀ ਖਾਣ ਵਾਲਾ। ਫਿਰ ਰਿਫਾਈਨਡ ਤੇਲ ਲੈ ਕੇ ਆ ਗਏ। ਫਿਰ ਇਹ ਉਦੋਂ ਇਹ ਆਇਆ ਕਿ ਗੁੜ ਨਾ ਖਾਓ ਜੀ, ਗੁੜ ਤੁਹਾਡੀਆਂ ਅੱਖਾਂ ਖਰਾਬ ਕਰਦਾ ਅਤੇ ਤੁਸੀਂ ਚੀਨੀ ਖਾਓ। ਹੁਣ ਪਾ ਕੇ ਪਤਾ ਲੱਗਿਆ ਵੀ ਚੀਨੀ ਤਾਂ ਚਿੱਟਾ ਜਾ ਰਿਹਾ ਅਤੇ ਹੁਣ ਫਿਰ ਕਹਿੰਦੇ ਗੁੜ ਖਾਓ। ਤਾਂ ਇਹੋ ਜਿਹੀ ਸਾਇੰਸ ਹੈ। ਇਹ ਸਾਇੰਸ ਦਾ ਮਤਲਬ ਇਹ ਜਲੂਸ ਦੇਖੋ ਕਿੱਦਾਂ ਨਿਕਲਦਾ ਕਿ ਤੁਸੀਂ ਇੱਕ ਗੱਲ ਕਹਿੰਦੇ ਹੋ ਕੋਲੈਸਟਰੋਲ ਵਾਲਾ ਮਸਲਾ 45 ਸਾਲ ਤੋਂ ਬੇਵਕੂਫ ਬਣਾ ਰਹੇ ਸਾਨੂੰ ਵੀ ਕਹਿੰਦੇ ਐਸਪਰੀਨ ਤੇ ਵੀ ਪਾਬੰਦੀ ਲਾਤੀ, ਐਸਪਰੀਨ ਤੇ ਵੀ ਕਹਿ ਦੇ। 45 ਸਾਲ ਤੋਂ ਸਾਨੂੰ ਕਹੀ ਜਾਂਦੇ ਆ ਵੀ ਜਿਹੜੀ ਕੋਲੈਸਟਰੋਲ ਹੈ ਇਹ ਬਿਮਾਰੀਆਂ ਕਰਦੀ ਹੈ, ਅਤੇ ਹੁਣ ਆ ਕੇ ਕਹਿੰਦੇ ਨਹੀਂ ਕੋਲੈਸਟਰੋਲ ਤਾਂ ਨਹੀਂ ਕਰਦੀ, ਕਿਉਂਕਿ ਉਹ ਤਾਂ ਸਾਇੰਟਿਸਟ ਜਿਹੜਾ ਬੇਈਮਾਨ ਸੀਗਾ, ਪੈਸੇ ਲੈ ਕੇ ਉਹਨੇ ਰਿਸਰਚ ਕਰਤੀ। ਤਾਂ ਇਹ ਐਸਪਰੀਨ ਹਰ ਜਣੇ ਖੜੇ ਨੂੰ ਐਸਪਰੀਨ ਖਵਾਈ ਜਾਂਦੇ ਆ। FDA ਕਹਿ ਰਹੀ ਹੈ ਕਿ ਜਿੰਨੇ ਬੰਦਿਆਂ ਨੂੰ ਐਸਪਰੀਨ ਖਵਾਓਗੇ ਉਹ ਜਿੰਨੇ ਨੂੰ ਫਾਇਦਾ ਕਰਦੀ ਉਦੋਂ ਵੱਧ ਨੂੰ ਨੁਕਸਾਨ ਕਰਦੀ, ਆਪਣੇ ਰਿਸਕ 'ਤੇ ਖਾਓ। FDA ਕਹਿ ਰਹੀ ਹੈ ਕਿ ਭਾਈ ਜਿੰਨੇ ਖਾਣੀ ਆਪਣੇ ਰਿਸਕ 'ਤੇ ਖਾਓ, ਅਸੀਂ ਜ਼ਿੰਮੇਵਾਰ ਨਹੀਂ ਹਾਂ। ਅਸੀਂ ਤੁਹਾਨੂੰ ਵਾਰਨ ਕਰਤਾ ਵੀ ਜਿੰਨੇ ਬੰਦਿਆਂ ਨੂੰ ਫਾਇਦਾ ਕਰਦੀ ਉਦੋਂ ਵੱਧ ਨੂੰ ਨੁਕਸਾਨ ਕਰਦੀ, ਅਤੇ ਜਣੇ ਖੜੇ ਨੂੰ ਐਸਪਰੀਨ ਪਾਈ ਪਈ ਹੈ। ਟੋਰਵਾਸਟੈਟਨ ਦਾ ਸੇਮ ਹਾਲ ਹੈ, ਸਟੈਟਿਨ। ਤਾਂ ਇਹ ਸਾਰੇ ਦਾ ਸਾਰਾ ਕਿਤੇ ਨਾ ਕਿਤੇ ਜਿਹੜਾ ਮਾਫੀਆ ਸਟਾਈਲ ਫਾਰਮਾ ਕੰਪਨੀਆਂ ਦਾ ਧੰਦਾ ਹੈ, ਅਤੇ ਉਹ ਪਿਛਲੇ ਜਿਹੜਾ 100 ਸਾਲ ਤੋਂ ਜ਼ਿਆਦਾ ਤੀਬਰ ਹੋਇਆ। ਪਹਿਲਾਂ ਥੋੜ੍ਹਾ ਘੱਟ ਸੀਗਾ ਅਤੇ 50 ਸਾਲ ਤੋਂ ਬਹੁਤ ਜ਼ਿਆਦਾ ਹੋ ਗਿਆ। ਉਹ ਹੈ ਅਸਲੀ ਕਾਰਨ ਜਿਹੜਾ ਤੁਸੀਂ ਸਵਾਲ ਪੁੱਛਿਆ ਸੀ ਕਿ ਇਹਨਾਂ ਲੋਕਾਂ ਦੀ ਉਮਰ ਕਿਉਂ ਘੱਟ ਰਹੀ ਹੈ। ਤਾਂ ਉਹਦੇ 'ਚ ਵਿੱਚ ਸਾਡਾ ਲਾਈਫ ਸਟਾਈਲ ਵੀ ਹੈ, ਵਿੱਚ ਸਾਡਾ ਜਿਹੜਾ ਸਾਨੂੰ ਇੱਕ ਜਿਹੜਾ ਸਟਰੈਸਫੁਲ ਲਾਈਫ ਦਿੱਤੀ ਗਈ, ਮਾਰਾਮਾਰੀ ਵੀ ਭੱਜੋ ਪਤਾ ਨਹੀਂ ਕਿੱਥੇ ਜਾਣਾ। ਜੇ ਮਤਲਬ ਜਿਹਨੂੰ ਕਹਿੰਦੇ ਚੂਹਾ ਦੌੜ, ਰੈਟ ਰੇਸ ਪਏ ਹੋਏ ਆ ਵੀ ਭੱਜ ਕੇ ਇੱਕ ਦੂਜੇ ਤੋਂ ਅੱਗੇ ਨਿਕਲਣ ਦੀ ਕੋਸ਼ਿਸ਼ ਕਰ ਰਹੇ ਹਾਂ, ਠਿੱਬੀਆਂ ਮਾਰ ਕੇ ਦੂਜੇ ਨੂੰ ਥੱਲੇ ਗੇਰ ਕੇ। ਤਾਂ ਉਹ ਜੇ ਉਹਨੂੰ ਪੁੱਛੇ ਨਾਲ ਦਾ ਵੀ ਜਾਣਾ ਕਿੱਥੇ ਆ, ਉਹਨੂੰ ਇਹ ਨਹੀਂ ਪਤਾ ਵੀ ਜਾਣਾ ਕਿੱਥੇ ਕਿੰਨਾ ਖਾ ਲੇਗਾ ਤੂੰ,
ਕਮਾ ਕੇ ਜਾਏਗਾ ਕਿੱਥੇ? ਖਾਣਾ ਤਾਂ ਉਹੀ ਹੈ, ਉਹੀ ਕੱਪੜੇ ਪਾਉਣੇ ਆ, ਕਿੱਥੇ ਕਿੰਨਾ ਕਮਾ ਲੇਗਾ? ਤਾਂ ਇਹ ਸਾਰਾ ਦਾ ਸਾਰਾ ਜਿਹੜਾ ਸਾਡੇ ਸਿਰ ਤੇ ਲੱਦ ਦਿੱਤਾ ਗਿਆ ਪਹਾੜ, ਉਹ ਪਹਾੜ ਜਿਹੜਾ ਤੁਹਾਡੀ ਉਮਰ ਘਟਾ ਰਿਹਾ। ਜੀ ਜੀ ਜੀ। ਤੇ ਅਸੀਂ ਤੁਹਾਡੇ ਕੋਲੋਂ ਫਾਰਮੂਲਾ ਪੁੱਛਾਂਗੇ, ਉਮਰ ਵਧਾਉਣ ਵਾਲਾ ਵੀ ਫਾਰਮੂਲਾ ਮੈਂ ਤੁਹਾਡੇ ਕੋਲ ਪੁੱਛੂੰਗਾ। ਪਹਿਲਾਂ ਆਚਾਰੀਆ ਮਨੀਸ਼ ਕੋਲ ਚੱਲਦੇ ਹਾਂ। ਆਚਾਰੀਆ ਜੀ, ਜੋ ਡਾਕਟਰ ਸਾਹਿਬ ਨੇ ਗੱਲਾਂ ਕੀਤੀਆਂ ਨੇ, ਜਾਂ ਫਿਰ ਤੁਸੀਂ, ਮੈਨੂੰ ਲੱਗਦਾ ਕਿ ਇਸ ਹਸਪੀਟਲ ਦੇ ਵਿੱਚ ਫਿਰ ਉਹ ਇੰਪਲੀਮੈਂਟ ਕੀਤੀਆਂ ਹੋਈਆਂ ਨੇ, ਢੰਗ ਕੀ ਰਹਿੰਦਾ, ਤਰੀਕਾ ਕੀ ਰਹਿੰਦਾ ਲੋਕਾਂ ਦੀਆਂ ਜ਼ਿੰਦਗੀਆਂ ਬਚਾਉਣ ਦਾ? ਕਿਸ ਤਰੀਕੇ ਨਾਲ ਜ਼ਿੰਦਗੀਆਂ ਬਚਾਉਣੇ ਹੋ? ਜਦੋਂ ਵੀ ਸਾਡੇ ਹਸਪੀਟਲ ਜਾਂ ਸਾਡੀ ਕਿਸੇ ਕਲੀਨਿਕ, ਜਿਹੜੇ ਵੀ ਸਾਡੇ ਹਸਪੀਟਲ ਨੇ, ਸਾਡੀ ਕਲੀਨਿਕ ਨੇ, ਸਾਡੇ ਕੋਲ ਜੋ ਵੀ ਪੇਸ਼ੈਂਟ ਕੰਟੈਕਟ ਕਰਦਾ ਹੈ, ਸਾਡੇ ਡਾਕਟਰਸ ਪਹਿਲੇ ਉਹਦੀ ਪੂਰੀ ਹਿਸਟਰੀ ਲੈਂਦੇ ਹੈ, ਪ੍ਰੋਪਰ ਉਹਦਾ ਪੂਰਾ ਲਾਈਫ ਸਟਾਈਲ, ਪ੍ਰੋਪਰ ਉਹਦੀ ਪੂਰੀ ਜੈਨੇਟਿਕਲੀ ਉਹਦੀ ਹਿਸਟਰੀ, ਪਲੱਸ ਉਹਦੇ ਮਦਰ ਫਾਦਰ ਪੂਰੀ ਹਿਸਟਰੀ ਲੈਂਦੇ ਆ, ਉਹਦੀ ਪਰਿਵਾਰਿਕ ਹਿਸਟਰੀ ਕੀ ਹੈ ਅਤੇ ਉਹਦੀ ਹਿਸਟਰੀ ਕੀ ਹੈ। ਫਿਰ ਉਹਨੂੰ ਸਭ ਤੋਂ ਪਹਿਲੇ ਕੀ ਸ਼ੁਰੂ ਹੋਇਆ ਸੀ, ਕੀ ਸਿੰਪਟਮ ਆਇਆ ਸੀ, ਫਿਰ ਉਸ ਤੋਂ ਬਾਅਦ ਕੀ ਹੋਇਆ, ਫਿਰ ਉਸ ਤੋਂ ਬਾਅਦ ਕੀ ਹੋਇਆ, ਪੂਰੀ ਹਿਸਟਰੀ ਲੈਣ ਤੋਂ ਬਾਅਦ ਸਾਡੇ ਡਾਕਟਰ ਜੱਜ ਕਰਦੇ ਹੈ ਕਿ ਇਹ ਬਿਮਾਰੀ ਦੀ ਜੜ ਕੀ ਹੈ, ਸ਼ੁਰੂਆਤ ਕਿਉਂ ਹੋਈ ਅਤੇ ਆਪਾਂ ਨੂੰ ਕਰਨਾ ਕੀ ਹੈ। ਫਿਰ ਅਸੀਂ ਉਸ ਪੇਸ਼ੈਂਟ ਨੂੰ ਪਹਿਲੇ ਪੁੱਛਦੇ ਹਾਂ, ਤੇਰੀ ਵਿਲ ਕਿੰਨੀ ਕੁ ਹੈ, ਤੇਰੇ ਅੰਦਰ ਕਿੰਨਾ ਕੁ ਮਨ ਹੈ ਠੀਕ ਹੋਣ ਦਾ। ਜਿਹੜਾ ਪੇਸ਼ੈਂਟ ਆ ਬਹੁਤ ਜ਼ਿਆਦਾ ਦੁਖੀ ਹੁੰਦਾ ਹੈ, ਉਹਦੀ ਵਿਲ ਸਭ ਤੋਂ ਜ਼ਿਆਦਾ ਹੁੰਦੀ ਹੈ ਕਿ ਮੈਂ ਠੀਕ ਹੋਣਾ। ਜਿੰਨੀ ਤਕਲੀਫ ਥੋੜੀ ਹੁੰਦੀ ਹੈ ਨਾ, ਉਹ ਅਜੇ ਪੂਰੀ ਵਿਲ ਵੀ ਨਹੀਂ ਹੁੰਦੀ। ਉਹ ਕਹਿੰਦਾ ਜੀ ਨਹੀਂ ਜੀ, ਪਰਹੇਜ਼ ਤਾਂ ਨਹੀਂ ਹੋਣੇ ਮੇਰੇ ਤੋਂ। ਮਤਲਬ ਜਿੰਨਾ ਜ਼ਿਆਦਾ ਦੁਖੀ, ਉਹਨਾਂ ਜ਼ਿਆਦਾ ਕਹਿਣਾ ਮੰਨਣ ਵਾਲਾ ਪੇਸ਼ੈਂਟ ਹੈ, ਬਿਕੋਜ਼ ਉਹਨੂੰ ਲੱਗਦਾ ਮੇਰੇ ਕੋਲ ਕੋਈ ਹੋਰ ਚਾਰਾ ਹੀ ਨਹੀਂ ਹੈ। ਉਹ ਠੀਕ ਵੀ ਸਭ ਤੋਂ ਜਲਦੀ ਹੁੰਦਾ ਹੈ। ਤੁਹਾਡੇ ਕੋਲ ਆਉਂਦੇ ਵੀ ਮੇਰੇ ਖਿਆਲ 'ਚ ਉਹੀ ਨੇ ਜਿਹੜੇ ਆਖਰੀ ਸਟੇਜਾਂ ਦੇ ਵਿੱਚ ਹੁੰਦੇ ਨੇ। ਸਾਡੇ ਕੋਲ ਮੈਂ ਤੁਹਾਨੂੰ ਦੱਸਿਆ ਪਹਿਲਾਂ, ਸਾਰੀ ਸਾਊ ਮਤਲਬ ਕਹਿਣਾ ਮੰਨਣ ਵਾਲੇ ਹੀ ਆਉਂਦੇ ਨੇ ਫਿਰ ਤੇ। ਹਾਂ, 90% ਪੇਸ਼ੈਂਟ ਸਾਡੇ ਕੋਲ ਸਾਰੇ ਕਹਿਣਾ ਮੰਨਣ ਵਾਲੇ ਆਉਂਦੇ ਹੈ। ਲੇਕਿਨ ਇੱਕ ਹੋਰ ਦੁੱਖ ਹੁੰਦਾ ਹੈ, ਸਾਡੇ ਕੋਲ ਪੇਸ਼ੈਂਟ ਗਰੀਬ ਹੋ ਕੇ ਆਉਂਦੇ ਹੈ, ਮਤਲਬ ਲੁੱਟ ਜੁੜ ਚੁੱਕੇ ਹੁੰਦੇ ਆ, ਗਰੀਬ ਹੋ ਚੁੱਕੇ ਹੁੰਦੇ ਹੈ, ਮਕਾਨ ਵਿਕ ਚੁੱਕਾ ਹੈ, ਪਲਾਟ ਵਿਕ ਚੁੱਕਾ ਹੈ, ਉਹਨਾਂ ਦਾ ਕਰਜ਼ਾ ਚੜ੍ਹ ਚੁੱਕਾ ਹੈ, ਫਿਰ ਆਉਂਦੇ ਆ। ਬੜਾ ਦੁੱਖ ਹੁੰਦਾ ਹੈ ਕਿ ਜਿਹੜਾ ਦੂਜਾ ਸਿਸਟਮ ਹੈ, ਮਾਡਰਨ ਸਿਸਟਮ, ਉਹ ਕਿਉਂ ਨਹੀਂ ਇਸ ਚੀਜ਼ ਨੂੰ ਸੋਚ ਰਿਹਾ, ਉਹ ਕਿਉਂ ਉਹਨਾਂ ਨਾਲ ਭਾਵੁਕ ਨਹੀਂ ਗਾ। ਉਹਨਾਂ ਦੀ ਪ੍ਰੋਬਲਮ, ਉਹਨਾਂ ਕੋਲ ਇਲਾਜ ਵੀ ਹੈ ਨਹੀਂ, ਫਿਰ ਵੀ ਕਰੀ ਜਾਣਗੇ। ਹੁਣ ਇੱਕ ਪੇਸ਼ੈਂਟ ਹੈ, ਉਹਦੀ ਵਾਈਫ ਨੇ ਆਪਣਾ ਮਕਾਨ ਵੇਚ ਕੇ ਆਪਣੇ ਹਸਬੈਂਡ ਦੀ ਕਿਡਨੀ ਟ੍ਰਾਂਸਪਲਾਂਟ ਕਰਾਈ, ਆਪਣੀ ਕਿਡਨੀ ਦਿੱਤੀ ਹਸਬੈਂਡ ਨੂੰ ਅਤੇ ਮਕਾਨ ਨੂੰ ਵੇਚ ਕੇ ਦਿੱਤੀ, 28 ਲੱਖ ਰੁਪਏ ਲੱਗੇ। ਉਹ ਕਿਡਨੀ ਚੌਥੇ ਦਿਨ ਫੇਲ ਹੋ ਗਈ। ਸੋਚੋ ਉਸ ਲੇਡੀ ਦੇ ਉੱਤੇ ਕੀ ਬੀਤਿਆ। ਅੱਜ ਉਹ ਲੇਡੀ ਵੀ ਪਿਛਲੇ ਮਹੀਨੇ ਐਡਮਿਟ ਸੀ ਹਸਪੀਟਲ 'ਚ, ਉਹਨੂੰ ਵੀ ਟੈਨਸ਼ਨ ਹੋ ਗਈ, ਚੱਕਰ ਆ ਕੇ ਗਿਰ ਗਈ, ਉਹਨੂੰ ਡਾਕਟਰ ਹਸਪੀਟਲ ਲੈ ਕੇ ਪੜੋਸੀ ਚੱਕ ਕੇ, ਉਹਦਾ ਬੰਦਾ ਤਾਂ ਐਡਮਿਟ ਹੈ ਹੀ, ਉਹਦੀ ਕਿਡਨੀ ਜਿਹੜੀ ਉਹਨੇ ਲਿੱਤੀ ਸੀ ਉਹ ਵੀ ਫੇਲ ਹੋ ਗਈ। ਤੁਸੀਂ ਦੱਸੋ ਇਹਦੇ 'ਚ ਕੀ ਕਰੇ ਬੰਦਾ? ਜਿਹੜਾ ਬੰਦਾ ਮਕਾਨ ਵੇਚ ਕੇ 28 ਲੱਖ ਦਾ ਖਰਚਾ ਕਰੇ ਤੇ ਪਤਾ ਲੱਗੇ ਕਿਡਨੀ ਫੇਲ ਹੋ ਗਈ, ਕਿਉਂ ਨਹੀਂ ਉਹਨੂੰ ਦੱਸਿਆ ਗਿਆ ਕਿ ਕਿਡਨੀ ਦੁਬਾਰਾ ਫੇਲ ਵੀ ਹੋ ਸਕਦੀ ਹੈ? ਉਹ ਲੇਡੀ ਕਹਿੰਦੀ, ਉਹਦੇ ਬੱਚੇ ਕਹਿੰਦੇ ਸਾਨੂੰ ਪਤਾ ਹੀ ਨਹੀਂ ਸੀ ਜੀ। ਉਹਦਾ ਬੱਚਾ ਆਪਣਾ ਤਾਂ ਖੈਰ ਛੋਟਾ ਸੀ, 4 ਸਾਲ ਦਾ, ਉਹਦਾ ਭਤੀਜਾ, ਉਹਨੂੰ ਆਪਣਾ ਬੇਟਾ ਕਹਿੰਦੇ ਆ, ਉਹ ਕਹਿੰਦਾ ਸਾਨੂੰ ਦੱਸਦੇ ਅਸੀਂ ਟ੍ਰਾਂਸਪਲਾਂਟ ਨਹੀਂ ਤਾਂ ਕਰਾਉਂਦੇ, ਤੁਹਾਡੇ ਵਰਗੇ ਹਸਪੀਟਲ ਪਹਿਲੇ ਆ ਜਾਂਦੇ। ਇੱਥੇ ਠੀਕ ਹੋ ਜਾਂਦੀ ਹੈ। ਹਜੇ ਤਾਂ ਉਹ ਦੋਨੋਂ ਐਡਮਿਟ ਹੀ ਹੈ ਨਾ, ਹਜੇ ਤਾਂ ਆਈ ਨਹੀਂ, ਹਜੇ 7 ਦਿਨ ਪੁਰਾਣੀ ਗੱਲ ਹੈ। ਉੱਦਾਂ ਦੇ ਜਿਨ੍ਹਾਂ ਦੇ ਕਿਡਨੀਆਂ ਖਰਾਬ ਨੇ, ਫੇਲ ਹੋਣ ਦੀ ਕਗਾਰ 'ਤੇ ਨੇ, ਜਾਂ ਬਦਲਾ ਚੁੱਕੇ ਨੇ, ਫਿਰ ਵੀ ਕੰਮ ਨਹੀਂ ਕਰ ਰਹੀਆਂ, ਉਹ ਠੀਕ ਹੋ ਜਾਂਦੀਆਂ ਨੇ ਇੱਥੋਂ? ਦੇਖੋ, ਜਾਂ ਠੀਕ ਹੋ ਸਕਦੀ ਨੇ? ਸਾਇੰਸ ਇਸ ਬਾਬਤ ਕੀ ਕਰੀਏ? ਆਪਾਂ ਤਰਕ ਦੇ ਉੱਤੇ ਗੱਲ ਕਰੀਏ ਆਚਾਰੀਆ ਜੀ, ਕਿ ਸਾਇੰਸ ਕੀ ਕਹਿੰਦੀ ਹੈ ਇਹਦੇ ਬਾਬਤ? ਦੇਖੋ, ਸਾਇੰਸ ਕਹਿੰਦੀ ਹੈ ਕਿਡਨੀ ਆਪਣੇ ਆਪ ਨੂੰ ਰੀਜਨਰੇਟ ਕਰ ਸਕਦੀ ਹੈ ਪੂਰੀ ਜ਼ਿੰਦਗੀ ਤਾ ਉਮਰ। ਇਹ ਇਜ਼ਰਾਈਲ ਤੇ US ਵੀ ਚੈੱਕ ਕਰ ਚੁੱਕਾ ਹੈ, ਰਿਸਰਚ ਕਰ ਚੁੱਕੇ ਹੈ, ਹੋਰ ਵੀ ਕਈ ਕੰਟਰੀਜ਼ ਦੇ, ਅਸੀਂ ਲੋਕਲ ਵੀ, ਅਸੀਂ ਇੰਡੀਆ 'ਚ ਵੀ ਕਈ ਰਿਸਰਚ ਪੇਪਰਸ ਹੋ ਚੁੱਕੇ ਆ ਇਸ ਦੇ ਉੱਤੇ ਕਿ ਕਿਡਨੀ ਆਰ ਕੈਪੇਬਲ ਆਫ ਰੀਜਨਰੇਸ਼ਨ। ਐਡਲਟ ਕਿਡਨੀ, ਮਤਲਬ ਇਹ ਕਿਡਨੀ ਜੋ ਸਵਸਥ ਹੈ, ਵਿਅਸਕ ਹੈ, ਉਹ ਆਪਣੇ ਆਪ ਨੂੰ ਰੀਜਨਰੇਟ ਕਰ ਸਕਦੀ ਹੈ, ਲੇਕਿਨ ਉਹਨੂੰ ਮਾਹੌਲ ਚਾਹੀਦਾ ਹੈ, ਡਾਈਟ ਚਾਹੀਦੀ ਹੈ। ਜਿਵੇਂ ਹੁਣ ਦਿਨ 'ਚ ਆਪਾਂ 8-8 ਵਾਰੀ ਖਾਂਦੇ ਹਾਂ, ਉਹਦੇ 'ਚ ਕਿਡਨੀ ਕਿਵੇਂ ਰੀਜਨਰੇਟ ਹੋਏਗੀ? ਤੁਸੀਂ ਆਪ ਦੱਸੋ ਮੈਨੂੰ। ਆਯੁਰਵੇਦ ਕਹਿੰਦਾ ਹੈ ਜੋ 1 ਬਾਰ ਖਾਏ वो योगी, ਜੋ 2 ਬਾਰ ਖਾਏ वो भोगी, ਜੋ 3 ਬਾਰ ਖਾਏ वो रोगी। ਤੁਸੀਂ ਚੈੱਕ ਕਰੋ, 7 ਵਾਰੀ ਖਾਂਦੇ ਆਪਾਂ। ਸਵੇਰੇ ਉੱਠਦੇ ਹੀ ਦੁੱਧ ਵਾਲੀ ਚਾਹ, ਕੋਈ ਬਿਸਕਟ, ਕੋਈ ਮੱਠੀਆਂ ਨਾਲ, ਫਿਰ ਨਾਸ਼ਤਾ, ਫਿਰ ਥੋੜੀ ਦੇਰ ਬਾਅਦ ਕੋਈ ਸਨੈਕਸ, ਫਿਰ ਲੰਚ, ਫਿਰ ਕੋਈ ਸਨੈਕਸ, ਫਿਰ ਸ਼ਾਮ ਨੂੰ ਫਿਰ ਕੋਈ ਮਿਡ ਟੀ ਜਾਂ ਸ਼ਾਮ ਵਾਲੀ ਚਾਹ, ਫਿਰ ਰਾਤ ਦੀ ਰੋਟੀ, ਫਿਰ ਰਾਤ ਨੂੰ ਦੁੱਧ ਦਾ ਗਲਾਸ ਜਾਂ ਕੁਝ ਹੋਰ ਖਾ ਰਹੇ ਹਾਂ, ਅਤੇ 7 ਜਾਂ 8 ਖਾਣੇ ਖਾ ਰਹੇ ਹੋ ਤੁਸੀਂ। ਤੁਹਾਡੀ ਕਿਡਨੀ ਨੂੰ ਰੈਸਟ ਕਦੋਂ ਮਿਲਿਆ ਆਪਣੇ ਆਪ ਨੂੰ ਰੀਜਨਰੇਟ ਕਰਨ ਦਾ, ਰੀਜਨਰੇਟ ਕਰਨ ਦਾ, ਰੀਹੀਲ ਕਰਨ ਦਾ? ਮਤਲਬ ਹੀ ਨਹੀਂ ਨਾ ਸਰ। ਅਸੀਂ ਕੀ ਕਰਦੇ ਹਾਂ, ਚਾਹੇ ਕੈਂਸਰ ਹੈ, ਚਾਹੇ ਕਿਡਨੀ ਫੇਲ ਹੈ, ਚਾਹੇ ਲੀਵਰ ਫੇਲ ਹੈ, ਚਾਹੇ ਥੈਲੀਸੀਮੀਆ ਹੈ, ਅਸੀਂ ਇੱਕ ਡਾਈਟ ਪੈਟਰਨ ਸੈੱਟ ਕਰਦੇ ਹਾਂ। ਇਸ ਤਰ੍ਹਾਂ ਦੀ ਡਾਈਟ ਦਿੰਦੇ ਹਾਂ ਜਿਹੜੀ ਹੀਲਿੰਗ ਵਿੱਚ ਹੈਲਪ ਕਰੇ, ਨਾਲ ਦਵਾ ਪੌਦਿਆਂ ਦੀ ਹੈਲਪ ਲੈਂਦੇ ਹਾਂ, ਨਾਲ ਮਾਈਂਡ ਮੈਨੇਜਮੈਂਟ, ਬੰਦੇ ਦੀ ਮਾਈਂਡ ਦੇ ਉੱਤੇ ਕੰਮ ਕਰਦੇ ਹਾਂ, ਖੁਸ਼ ਰਹਿਣਾ, ਪਲੱਸ ਇੱਕ ਪ੍ਰਕਿਰਤੀ ਦੇ ਕਰੀਬ ਜਾਣਾ, ਧਰਤੀ ਦੇ ਨਾਲ ਸੰਪਰਕ 'ਚ ਆਉਣਾ। ਨੰਗੇ ਪਾँव ਅਸੀਂ ਕਹਿੰਦੇ ਹਾਂ ਰੋਜ਼ ਧਰਤੀ 'ਤੇ ਘੁੰਮੋ ਤਾਂ ਕਿ ਤੁਹਾਨੂੰ ਪੋਜ਼ੀਟਿਵ ਆਇਨਸ, ਇਲੈਕਟ੍ਰੋਨਸ ਮਿਲਣ ਬੋਡੀ ਐਨਰਜੀ ਤੋਂ, ਧਰਤੀ ਤੋਂ। ਆਪਾਂ ਧਰਤੀ ਨੂੰ ਮਾਂ ਕਹਿੰਦੇ ਹਾਂ ਨਾ, ਅਸੀਂ ਕਹਿੰਦੇ ਮਾਂ ਦੀ ਗੋਦ 'ਤੇ ਰੋਜ਼ 15-20 ਮਿੰਟ ਲੇਟੋ। ਮਾਂ ਦੀ ਗੋਦ 'ਤੇ ਲੇਟਣ ਦੇ ਫਾਇਦੇ ਦੱਸੋ? ਫਾਇਦੇ ਹੀ ਫਾਇਦੇ ਨੇ ਜੀ। ਅਤੇ ਧਰਤੀ ਨੂੰ ਕੀ ਕਹਿੰਦੇ ਆਪਾਂ? ਧਰਤੀ ਮਾਂ। ਅਤੇ ਬਸ ਉਹ ਮਾਂ ਦੀ ਗੋਦ ਜਦੋਂ ਬੰਦਾ ਲੇਟਦਾ, ਉਹ ਤੁਹਾਡੇ ਦੁੱਖ ਹਰ ਲੈਂਦੀ ਹੈ, ਤੁਹਾਨੂੰ ਪੋਜ਼ੀਟਿਵਿਟੀ ਦੇ ਦਿੰਦੀ ਹੈ। ਲੇਕਿਨ ਬੰਦਾ ਲੇਟੇ ਤਾਂ ਘਾਸ ਦੇ ਉੱਤੇ, ਸਾਨੂੰ ਘਾਸ ਤੋਂ ਦੁਸ਼ਮਣ ਬਣਾਤਾ।
ਸਾਨੂੰ ਇੱਕ ਛਿੱਕ ਤੋਂ ਦੁਸ਼ਮਣ ਬਣਾਤਾ। ਇਹ ਐਵੇਂ ਦੀ ਤਾਂ ਅੱਜ ਦੀ ਡੇਟ 'ਚ ਸਾਇੰਸ ਚੱਲ ਰਹੀ ਹੈ। ਇੱਕ ਛਿੱਕ ਮਾਰਦਾ ਬੰਦਾ ਨਾ ਵੱਜਦਾ ਇੱਧਰ ਉੱਧਰ, ਪਤਾ ਨਹੀਂ ਸਾਰਾ ਕਰੋਨਾ ਉੱਧਰ ਹੀ ਵੜ ਗਿਆ। ਤੇ ਫਿਰ ਇਹ ਆਪਾਂ ਨੂੰ ਸਮਝਣਾ ਪਊਗਾ ਕਿ ਇਸ ਦੇਸ਼ 'ਚ ਜਾਂ ਪੂਰੇ ਵਿਸ਼ਵ ਵਿੱਚ ਇਹ ਜਿਹੜੀ ਮਾਡਰਨ ਪੈਥੀ ਜਾਂ ਮਾਡਰਨ ਮਾਫੀਆ ਜਿੰਦੇ ਕੰਟਰੋਲ 'ਚ ਚਲੀ ਗਈ ਪੈਥੀ, ਇਹ ਬੇਸਿਕਲੀ ਮੈਡੀਕਲ ਸਾਇੰਸ ਵਧੀਆ ਹੈ, ਲੇਕਿਨ ਇਹ ਕੰਟਰੋਲ ਕਰ ਰਿਹਾ ਮੈਡੀਕਲ ਮਾਫੀਆ। ਇਸ ਦੇ ਉੱਤੇ ਰੋਕ ਲਗਾਓ ਤੇ ਲੋਕਾਂ ਨੂੰ ਗਰੀਬ ਹੋਣ ਤੋਂ ਪਹਿਲਾਂ ਹੀ ਆਯੁਰਵੇਦ 'ਚ ਆ ਜਾਓ। ਤੇ ਤੁਹਾਡੇ ਚੈਨਲ ਦੇ ਮਾਧਿਅਮ ਤੋਂ ਕਹਿ ਵੀ ਦਿੰਦਾ ਮੈਂ, ਹਰ ਵਿਅਕਤੀ ਨੂੰ ਆਪਣਾ ਆਯੁਸ਼ ਕਵਰ ਵਾਲਾ ਹੈਲਥ ਇੰਸ਼ੋਰੈਂਸ ਕਰਾਉਣਾ ਚਾਹੀਦਾ ਹੈ। 100% ਆਯੁਸ਼ ਕਵਰ ਵਾਲਾ ਹੈਲਥ ਇੰਸ਼ੋਰੈਂਸ ਕਰਾਓ ਤਾਂ ਇਹ ਦੇਸ਼ ਬਚੇਗਾ। ਤੇ ਅਗਰ ਕੋਈ ਸਰਕਾਰ ਇਸ ਆਵਾਜ਼ ਨੂੰ ਸੁਣ ਰਹੀ ਹੈ ਤੇ ਤੁਸੀਂ ਆਯੁਸ਼ਮਾਨ ਯੋਜਨਾ ਸ਼ੁਰੂ ਕੀਤੀ ਹੈ, ਉਹਦੇ 'ਚ ਆਯੁਸ਼ ਤਾਂ ਹੈ ਹੀ ਨਹੀਂ। ਯੋਜਨਾ ਦਾ ਨਾਮ ਆਯੁਸ਼ਮਾਨ ਹੈ, ਯਾਨੀ ਕਿ ਕਾਰਡ ਐਲੋਪੈਥੀ ਚੱਲਦਾ ਹੈ, ਆਯੁਰਵੇਦ ਚੱਲਦਾ ਹੀ ਨਹੀਂ। ਪਹਿਲੀ ਵਾਰੀ ਹੁਣ ਕਿਤੇ ਗੁਜਰਾਤ 'ਚ ਹਜੇ ਨੋਟੀਫਿਕੇਸ਼ਨ ਆਈ ਹੈ, ਲੇਕਿਨ ਉਹਦੇ ਵੀ ਇੰਨੇ ਰੂਲਸ ਨੇ ਕਿ ਉਹਦੇ 'ਚ ਅਪਲਾਈ ਕਰਨ ਵਾਸਤੇ 2 ਸਾਲ ਲੱਗ ਜਾਣਗੇ ਆਯੁਰਵੈਦਿਕ ਹਸਪੀਟਲਾਂ ਨੂੰ। ਤੁਸੀਂ ਵੀ ਤਾਂ ਵੱਡੇ ਵੱਡੇ ਨੇਤਾਵਾਂ ਦਾ, ਵੱਡੇ ਵੱਡੇ ਲੀਡਰਾਂ ਦਾ, ਵੱਡੇ ਵੱਡੇ ਅਫਸਰਾਂ ਦਾ ਜਿਹੜਾ ਟ੍ਰੀਟਮੈਂਟ ਕਰ ਚੁੱਕੇ ਹੋ, ਤੁਸੀਂ ਵੀ ਤਾਂ ਉਹਨਾਂ ਨੂੰ ਕਹਿ ਸਕਦੇ ਹੋ ਆਚਾਰੀਆ ਜੀ। ਰੋਲਾ ਪਾਈ ਜਾਂਦੇ ਆ, ਚੀਕੀ ਜਾਂਦੇ ਆ, ਲੜਾਈ ਕਰੀ ਜਾਂਦੇ ਆ। ਹੁਣ ਬੜੀ ਮੁਸ਼ਕਿਲ ਨਾਲ ਜਿਹੜਾ ਇਹ ਇੰਸ਼ੋਰੈਂਸ ਹੈ ਇਹਦੇ ਵਿੱਚ ਆਯੁਰਵੇਦ ਆ ਗਿਆ, ਆਯੁਸ਼ ਕਵਰ ਵਾਲਾ ਹੈਲਥ ਇੰਸ਼ੋਰੈਂਸ। ਹਜੇ ਖੈਰ ਬਿਲਕੁਲ ਆਸਾਨੀ ਨਾਲ ਪਾਸ ਨਹੀਂ ਹੁੰਦੇ, ਲੇਕਿਨ ਅਸੀਂ ਪਿੱਛੇ ਪੈ ਕੇ ਕਰਾ ਲੈਂਦੇ ਹਾਂ। ਦੂਜੀ ਗੱਲ, ਦਿੱਲੀ ਦੇ ਅੰਦਰ ਪਹਿਲੀ ਵਾਰੀ ਭਾਰਤ ਸਰਕਾਰ ਨੇ CGHS, DGHS ਤੇ ਹੋਰ CAPF ਜਿੰਨੀ ਵੀ ਆਰਮਡ ਫੋਰਸਿਸ ਹੈ, ECHS, ਇਹ ਸਭ ਨੂੰ ਆਯੁਰਵੇਦ ਦੇ ਅੰਦਰ ਲੈ ਆਈ ਹੈ। ਦਿੱਲੀ ਇਹ ਸਾਡੇ 16 ਸੈਂਟਰ ਹੈ, ਸਭ ਦੇ ਅੰਦਰ ਸਰਕਾਰੀ ਕਰਮਚਾਰੀਆਂ ਦਾ ਇਲਾਜ ਫ੍ਰੀ ਹੁੰਦਾ ਹੈ। ਇਹ ਪਹਿਲੀ ਵਾਰੀ ਇਸ ਗਵਰਨਮੈਂਟ 'ਚ ਹੋਇਆ, ਸਾਡੇ ਲੜਾਈ ਕਰਕੇ, ਸਾਡੇ ਚੀਕਨ ਕਰਕੇ। ਇਸ ਲਈ ਤੇ ਤੁਸੀਂ ਵੀ ਮੁਬਾਰਕਬਾਦ ਦੇ ਪਾਤਰ ਹੋ ਤੇ ਸਰਕਾਰ ਵੀ। ਥੈਂਕ ਯੂ ਸਰ। ਤੇ ਮੈਂ ਚਾਹਾਂਗਾ ਇਹ ਪੂਰੇ ਦੇਸ਼ 'ਚ ਹੋਵੇ, ਦੇ ਲੋਕਾਂ ਵਾਸਤੇ ਵੀ ਹੋਵੇ ਨਾ। ਹੁਣ ਆਮ ਆਦਮੀ ਵਾਸਤੇ ਥੋੜ੍ਹੀ ਹੈ, ਸਰਕਾਰੀ ਕਰਮਚਾਰੀ ਦਾ ਇਲਾਜ ਫ੍ਰੀ ਹੋ ਰਿਹਾ ਨਾ, ਸਿਰਫ ਦਿੱਲੀ 'ਚ ਅਜੇ, ਬਾਕੀ ਸਟੇਟਾਂ 'ਚ ਨਹੀਂ ਹੋ ਰਿਹਾ। ਇਹ ਬਾਕੀ ਸਟੇਟ ਦੇ ਮਿਨਿਸਟਰਾਂ ਨੂੰ ਸੋਚਣਾ ਚਾਹੀਦਾ ਹੈ, ਬਾਕੀ ਸਰਕਾਰ ਦੇ ਮੁੱਖ ਮੰਤਰੀਆਂ ਨੂੰ ਸੋਚਣਾ ਚਾਹੀਦਾ। ਹੁਣ ਪੰਜਾਬ ਹੈ, ਆਪਾਂ ਬੈਠੇ ਹਾਂ, ਪੰਜਾਬ ਸਰਕਾਰ ਨੂੰ ਮੈਂ 4 ਚਿੱਠੀਆਂ ਲਿਖ ਚੁੱਕਾ, ਉਹ ਕਹਿੰਦੇ ਬਜਟ ਹੀ ਹੈ ਨਹੀਂ, ਬਜਟ ਹੀ ਹੈ ਨਹੀਂ। ਚਲੋ ਬਹੁਤ ਬਹੁਤ ਸ਼ੁਕਰੀਆ ਆਚਾਰਿਆ ਜੀ, ਬੜੀ ਚੰਗੀਆਂ ਗੱਲਾਂ ਨੇ। ਤੇ ਹੁਣ ਜੀ ਆਪਾਂ ਉਸ ਗੱਲ ਦੇ ਉੱਤੇ ਆਈਏ ਡਾਕਟਰ ਸਾਹਿਬ, ਕਿ ਜਿਸ ਗੱਲ ਨਾਲ ਇੱਕ ਚੀਜ਼ ਤਾਂ ਬੜੀ ਕਲੀਅਰ ਹੋ ਗਈ ਹੈ ਤੁਹਾਡੇ ਦੋਨਾਂ ਦੀ ਗੱਲਬਾਤ ਤੋਂ ਬਾਅਦ, ਕਿ ਜਿਹੜੀ ਮਾਡਰਨ ਮੈਡੀਕਲ ਮੈਡੀਸਨ ਹੈਗੀ, ਅਸੀਂ ਨੂੰ ਕਹਿ ਲਈਏ ਕਿ ਉਹ ਕਿਤੇ ਨਾ ਕਿਤੇ ਸਾਡੀ ਸਿਹਤ ਨੂੰ, ਸਾਡੀ ਉਮਰ ਨੂੰ ਘਟਾ ਰਹੀ ਹੈ। ਤੇ ਦੂਸਰੀ ਫਿਰ ਸਾਨੂੰ ਉਹ ਫਾਰਮੂਲਾ ਦੱਸੋ ਵੀ ਜਿਹਦੇ ਨਾਲ ਸਾਡੀਆਂ ਉਮਰਾਂ ਨੇ, ਸਾਡੀ ਉਮਰ ਹੈ ਜਿਹੜੀ ਉਹ ਕੰਪੈਰੀਟਿਵਲੀ 1 ਲੱਖ ਤਾਂ ਵੱਧ ਨਹੀਂ ਸਕਦੀ ਕਿ ਹੁਣ ਅਸੀਂ 70 ਸਾਲ ਜੀ ਰਹੇ ਹਾਂ ਤੇ 1 ਲੱਖ ਤੋਂ ਉਹ 100 ਸਾਲ ਤੇ 120 ਸਾਲ ਤੇ ਚਲਾ ਜਾਏਗਾ। ਹੌਲੀ 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 ਜੇਕਰ ਸਾਡੇ ਵਰਗੇ ਲੋਕ ਉਸ ਨੂੰ ਅਪਣਾਉਣ, ਕਿਹੜੇ ਢੰਗ ਨੇ ਜਿਨ੍ਹਾਂ ਨੂੰ ਅਪਣਾਉਣ ਨਾਲ ਜਿਹੜੀ ਸਾਡੀ ਜ਼ਿੰਦਗੀ ਹੈ ਤੁਹਾਡੇ ਮੁਤਾਬਕ ਜਾਂ ਰਿਸਰਚ ਮੁਤਾਬਕ 120 ਜਾਂ 100 ਸਾਲ ਦੀ ਹੋ ਸਕਦੀ ਹੈ, ਔਰ ਉਹ ਵੀ ਵਿਦਆਊਟ ਐਨੀ ਇਲਨੈਸ। ਜਿਹੜੇ ਨਾ ਸਾਡੇ ਸਰੀਰ ਵਾਸਤੇ ਪੰਜ ਤੱਤਾਂ ਦਾ ਪੁਤਲਾ ਆਪਾਂ ਕਹਿੰਦੇ ਹਾਂ ਵੀ 5 ਤੱਤਾਂ ਦੇ ਬਣੇ ਆ। ਉਹ 'ਚੋਂ 2 ਤਾਂ ਊਰਜਾ ਨੇ, ਉਹਨੂੰ ਛੱਡ ਦਿਓ, ਉਹ ਤਾਂ ਖੁਦ ਪਰਮਾਤਮਾ ਹੈ, ਊਰਜਾ ਦੇ ਕਾਸ਼। 3 ਹੀ ਤੱਤ ਨੇ, ਹਵਾ, ਪਾਣੀ, ਮਿੱਟੀ। ਹਵਾ ਸ਼ੁੱਧ ਹੋਵੇ, ਤਾਜ਼ੀ ਹੋਵੇ, ਪਾਣੀ ਬਿਲਕੁਲ ਟੌਕਸਿਨ ਫਰੀ ਹੋਵੇ ਤੇ ਹੋਲਿਸਟਿਕ ਹੋਵੇ, ਉਹਦੇ ਸਾਰੇ ਜਿਹੜੇ ਉਹ ਤੱਤ ਹੋਣ, ਉਹ ਤਾਂ ਹੈ ਹੀ ਹੈ। ਚਲੋ ਲੜਾਈ ਸਮਾਜ ਲੜਦਾ, ਲੇਕਿਨ ਜਿਹੜੀ ਸਾਡੇ ਫੌਰੀ ਤੌਰ 'ਤੇ ਅਸੀਂ ਜਿਹੜਾ ਤਬਦੀਲੀ ਕਰ ਸਕਦੇ ਹਾਂ, ਉਹ ਕਰ ਸਕਦੇ ਹਾਂ ਆਪਣੇ ਖਾਣੇ 'ਚ। ਔਰ ਚਾਈਨਾ ਸਟੱਡੀ ਦੁਨੀਆ ਦੀ ਸਭ ਤੋਂ ਵੱਡੀ ਸਟੱਡੀ ਹੋਈ ਹੈ ਜਿਹੜੀ ਡਾਈਟ 'ਤੇ ਹੋਈ ਹੈ। ਉਸ ਤੋਂ ਵੱਡੀ ਕੋਈ ਦੁਨੀਆ ਸਟੱਡੀ ਨਹੀਂ ਹੋਈ। 25 ਸਾਲ ਚੱਲੀ ਲਗਾਤਾਰ ਉਹ ਸਟੱਡੀ, ਔਰ ਉਹਨੇ ਚਾਈਨਾ ਦਾ ਕੱਲਾ ਕੋਨਾ ਛਾਣ ਮਾਰਿਆ ਕਿ ਉਹਨਾਂ ਨੇ ਸੈਂਪਲ ਲੈ ਕੱਲੇ ਚਾਈਨਾ ਅੱਡ ਕਿਸਮ ਦੇ ਡਾਈਟਾਂ, ਜੋ ਟਰਾਈਬਲ ਏਰੀਆ 'ਚੋਂ, ਜੰਗਲਾਂ 'ਚੋਂ, ਸਭ ਤੋਂ ਲੈ। ਤਾਂ ਉਹਨਾਂ ਨੇ ਜਿਹੜਾ ਵਨ ਲਾਈਨ ਮੈਸੇਜ ਦਿੱਤਾ ਪਲਾਂਟ ਬੇਸਡ ਹੋਲ ਫੂਡ ਦਾ, ਕਿ ਪਹਿਲਾਂ ਉਹਨੇ ਦੇਖਿਆ ਕਿ ਜਿਹੜੀ ਕਮਿਊਨਿਟੀ ਪਲਾਂਟ ਬੇਸਡ ਹੋਲ ਫੂਡ ਖਾਂਦੀ ਹੈ, ਉਹਨੂੰ ਕਰੋਨਿਕ ਬਿਮਾਰੀਆਂ ਨਹੀਂ ਹੁੰਦੀਆਂ, ਨਾ ਉਹਨੂੰ ਹਾਰਟ ਅਟੈਕ ਹੋਵੇ, ਨਾ ਉਹਨੂੰ ਕੈਂਸਰ ਹੋਵੇ, ਨਾ ਉਹਨੂੰ ਸ਼ੂਗਰ ਹੋਵੇ, ਨਾ BP, ਕੁਛ ਨਹੀਂ ਹੁੰਦਾ। ਪਲਾਂਟ ਬੇਸਡ ਹੋਲ ਫੂਡ ਖਾਵੇ। ਪਹਿਲਾਂ ਤਾਂ ਦੇਖਿਆ ਵੀ ਹਾਂ ਪ੍ਰੀਵੈਂਸ਼ਨ ਵਾਸਤੇ ਤਾਂ ਵਾਕਿਆ ਹੀ ਉਹ ਪੂਰੇ ਕਨਵਿੰਸ ਹੋ ਗਏ ਕਿ ਵੀ ਜਿਹੜੀ ਕਮਿਊਨਿਟੀ ਡਾਈਟ ਖਾ ਗਈ ਉਹਨੂੰ ਇਹ ਬਿਮਾਰੀਆਂ ਨਹੀਂ ਹੋਣਗੀਆਂ। ਫਿਰ ਦੂਜੀ ਫੇਜ਼ 'ਚ ਉਹਨਾਂ ਦੇ ਦਿਮਾਗ 'ਚ ਆਇਆ ਵੀ ਜਿਹਨਾਂ ਨੂੰ ਹੋ ਚੁੱਕੀਆਂ ਬਿਮਾਰੀਆਂ, ਫਿਰ ਉਹਨਾਂ ਦਾ ਕੀ ਕਰੀਏ। ਉਹ ਕਹਿੰਦੇ ਉਹਨਾਂ ਨੂੰ ਵੀ ਇਹੀ ਖਾਣਾ ਖਵਾ ਕੇ ਦੇਖੋ, ਬਦਲੋ ਉਹਨਾਂ ਨੂੰ। ਫਿਰ ਉਹਨਾਂ ਨੇ ਸੈਂਪਲ ਲਏ, ਬਦਲਾ ਕੇ ਦੇਖਿਆ ਉਹਨਾਂ ਬੰਦਿਆਂ ਦਾ ਸਾਰਾ ਆਪਣਾ ਖਾਣਾ ਪੀਣਾ ਬੰਦ ਕਰਾਇਆ, ਗਲਤ ਮਲਤ, ਅਤੇ ਉਹਨਾਂ ਨੂੰ ਉਹੀ ਖਵਾਇਆ। ਔਰ ਉਹ ਖੁਦ ਹੈਰਾਨ ਰਹਿ ਗਏ ਕਿ ਮਤਲਬ ਚਾਹ ਮੱਠੀਆਂ ਬੰਦ ਕਰਤੀਆਂ, ਸਭ ਬੰਦ ਕਰਤਾ। ਔਰ ਉਹ ਖੁਦ ਵੀ ਹੈਰਾਨ ਰਹਿ ਗਏ, ਉਹਨਾਂ ਨੂੰ ਆਸ ਨਹੀਂ ਸੀਗੀ। ਉਹ ਸਾਇੰਟਿਸਟ ਕਹਿੰਦੇ ਕਿ ਸਾਨੂੰ ਆਸ ਬਿਲਕੁਲ ਨਹੀਂ ਸੀਗੀ ਕਿ ਵੀ ਜਿਹੜੀਆਂ ਬਿਮਾਰੀਆਂ ਹੁਣ ਘਰ ਕਰ ਚੁੱਕੀਆਂ ਨੇ, ਐਡੀਆਂ ਐਡਵਾਂਸ ਸਟੇਜ 'ਤੇ ਨੇ, ਵੀ ਉਹ ਵੀ ਠੀਕ ਹੋ ਜਾਣਗੀਆਂ। ਲੇਕਿਨ ਉਹ ਆਪ ਖੁਦ ਹੀ ਹੈਰਾਨ ਰਹਿ ਗਏ ਕਿ ਦੇਖਦੇ ਉਹਨਾਂ ਦੇ ਸਾਹਮਣੇ ਕੁਛ ਮਹੀਨਿਆਂ ਦੇ ਵਿੱਚ ਜਿਹੜਾ ਉਹ ਬੰਦਾ ਜਿਹੜਾ ਸਾਡੀ ਬਿਮਾਰੀ ਮੁਕਤ ਹੋ ਗਿਆ। ਤਾਂ ਉਹਨਾਂ ਦਾ ਜਿਹੜਾ ਸੈਂਟਰਲ ਮੈਸੇਜ ਵਾਲਾ ਐਡੀ ਵੱਡੀ ਬੁੱਕ ਹੈ, ਵੈਸੇ ਤਾਂ 500 ਪੇਜ ਦੀ, ਜਿਹੜੀ ਮੇਰੇ ਕੋਲ ਪਈ ਹੈ, ਪੜ੍ਹੀ ਮੈਂ ਪੂਰੀ। ਤਾਂ ਉਹ ਜਿਹੜਾ ਵਨ ਲਾਈਨ ਮੈਸੇਜ ਹੈ ਕਿ ਪਲਾਂਟ ਬੇਸਡ ਹੋਲ ਫੂਡ ਖਾਓ
ਤਾਂ ਲੰਬੇ ਜੀ ਉਹ ਇਹੋ ਜਿਹੀਆਂ ਕਮਿਊਨਿਟੀ ਦੁਨੀਆ 'ਚ ਹੈਗੀਆਂ ਨੇ ਹੁਣ ਵੀ, ਜਿਹੜੀਆਂ ਕਿ ਜਿੱਥੇ ਕਿ ਜਿਹੜੇ ਪੁਰਾਣੇ ਆਦੀਵਾਸੀ ਏਰੀਆਜ਼ ਨੇ ਜਿੱਥੇ ਕਿ ਲੋਕ ਪਲਾਂਟ ਬੇਸਡ ਹੋਲ ਫੂਡ ਖਾਂਦੇ ਆ, ਉੱਥੇ ਅੱਜ ਵੀ 100 ਸਾਲ ਤੋਂ ਉੱਪਰ ਦੀ ਉਮਰ ਜਿਹੜੀ ਉਹ ਨੋਰਮ ਹੈ। ਕੋਈ ਮਤਲਬ ਪਾਸਟ ਦੀ ਗੱਲ ਨਹੀਂ ਹੈ। ਅੱਜ ਵੀ ਛੋਟੇ ਛੋਟੇ ਪਾਕਟਸ ਦੁਨੀਆ 'ਚ ਪੰਜ ਛੇ ਪਾਕਟਸ ਹੈਗੀਆਂ ਨੇ ਅੱਜ ਵੀ, ਉੱਥੋਂ ਬੜੇ ਲੋਕਾਂ ਨੇ ਨੂੰ ਪਤਾ। ਤਾਂ ਉਹ ਪਲਾਂਟ ਬੇਸਡ ਹੋਲ ਫੂਡ ਦਾ ਮਤਲਬ ਇਹ ਹੁੰਦਾ ਕਿ ਪੌਦਿਆਂ ਦੇ ਆਧਾਰਿਤ ਖਾਣਾ ਖਾਓ, ਔਰ ਜਿਹੜਾ ਜਿੱਦਾਂ ਨੇਚਰ 'ਚ ਆਉਂਦਾ ਉੱਦਾਂ ਖਾਓ ਉਹਨੂੰ। ਉਹਦੀ ਜਿਹੜੀ ਕੁਕਿੰਗ ਮੈਥਡ ਨੇ ਉੱਦਾਂ ਦੇ ਬਹੁਤ ਜ਼ਿਆਦਾ ਗੰਦੇ ਮੈਥਡ ਨੇ, ਜਿਵੇਂ ਅੱਗ ਦੇ ਉੱਪਰ ਰੋਸਟਿੰਗ ਕਰਨੀ, ਕੁੱਕਰ 'ਚ ਬਣਾਉਣਾ, ਜਿਹੜਾ ਇਹ ਸਾਰਾ ਮਾਈਕ੍ਰੋਵੇਵ 'ਚ ਬਣਾਉਣਾ, ਇਹ ਸਾਰਾ। ਔਰ ਭਾਂਡੇ ਜਿਹੜੇ ਆਪਾਂ ਐਲੂਮੀਨੀਅਮ ਵੜਤਾ ਕਿਚਨ ਦੇ ਅੰਦਰ, ਉਹ ਬੜਾ ਗਲਤ ਮਲਤ ਹੋ ਗਿਆ। ਨੌਨ ਸਟਿਕ ਵੜਤਾ, ਇਹ ਸਾਰੇ ਜਿਹੜੇ ਤਰੀਕੇ ਨੇ ਸਾਨੂੰ ਕਿਤੇ ਨਾ ਕਿਤੇ ਬੰਦ ਕਰਕੇ। ਤਾਂ ਭੋਜਨ ਜਿਹੜਾ ਹੈ ਉਹ ਸਭ ਤੋਂ ਸਾਡੇ ਵਾਸਤੇ ਜਿਹੜਾ ਕਿ ਫੌਰੀ ਬਦਲ ਸਕਦੇ ਹਾਂ ਅਸੀਂ। ਸੋ ਭੋਜਨ ਬਦਲੀਏ, ਉਸ ਤੋਂ ਬਾਅਦ ਪ੍ਰੋਪਰਲੀ ਵਰਜਿਸ਼ ਕਰੀਏ, ਕਿਉਂਕਿ ਫਿਜ਼ੀਕਲੀ ਫਿੱਟ ਰਹਿਣਾ। ਅਸਾਂ ਵਿਹਲੜਪਣੇ ਨੂੰ ਅਸੀਂ ਬਣਾਤਾ ਅਯਾਸ਼ੀ। ਜਿੰਨਾ ਬੰਦਾ ਕਹਿੰਦਾ ਵੀ ਮੈਂ ਅਮੀਰ ਹਾਂ, ਯਾਸ਼ ਹਾਂ, ਮੈਂ ਬੰਦਾ ਰਈਸ ਹਾਂ, ਤਾਂ ਉਹ ਕਹਿੰਦਾ ਮੈਂ ਤਾਂ ਕੋਈ ਕੰਮ ਨਹੀਂ ਕਰਦਾ। ਬੜਾ ਖੁਸ਼ ਹੁੰਦੇ ਕਹਿ ਕੇ ਲੋਕ ਵੀ ਕੋਈ ਕੰਮ ਨਹੀਂ ਕਰਦਾ। ਮਤਲਬ ਇਹਦਾ ਮਤਲਬ ਹੈ ਵੀ ਤੁਸੀਂ ਜਿਹੜੇ ਨਿਖਿੱਧ ਬੰਦੇ ਹੋ, ਨਾ ਤਾਂ ਤੁਹਾਡਾ ਕੋਈ ਸੋਸ਼ਲ ਵੈਲਿਊ ਹੈ, ਅਤੇ ਨਾ ਤੁਸੀਂ ਆਪਣੇ ਆਪ ਨਾਲ ਦੋਸਤੀ ਕਰ ਰਹੇ ਹੋ, ਕਿਉਂਕਿ ਤੁਸੀਂ ਬਿਮਾਰ ਹੋਵੋਗੇ। ਬਹਿ ਕੇ ਗੁੱਗਣਾ ਵਧਾਈਆਂ ਹੋਈਆਂ ਨੇ ਵਿਚਾਰੇ। ਇਹਨਾਂ ਜਿਹੜੀਆਂ ਚੀਜ਼ਾਂ ਗਣਾਈਆਂ ਨੇ ਗਲਤ ਮਲਤ ਖਾਣ ਲਈ, ਵਿੱਚ ਦਾਰੂ ਨਹੀਂ ਗਣਾਈ ਕਿ ਉਹ ਵਿਚਾਰੇ ਜੀ ਆਪ ਤਾਂ ਪੀਂਦੇ ਨਹੀਂ ਹੈ। ਤਾਂ ਜਿਹੜਾ ਇਸ ਲਈ ਦਿਮਾਗ 'ਚ ਨਹੀਂ ਆਉਂਦੀ ਨਾ, ਜਿਹੜਾ ਅੱਠਵਾਂ ਖਾਣਾ ਜਿਹੜਾ ਹੈ ਉਹ ਦਾਰੂ ਦੇ ਨਾਲ ਮੁਰਗਾ, ਅਤੇ ਫਿਰ ਮੱਛੀ, ਅਤੇ ਪਨੀਰ ਟਿੱਕਾ, ਅਤੇ ਪਤਾ ਨਹੀਂ ਉਹ ਜਿਹੜੇ ਹੋਟਲਾਂ 'ਚ ਅੱਜ ਕੱਲ੍ਹ ਸਰਵ ਕਰਦੇ ਉਹ ਤੁਸੀਂ ਦੇਖਿਆ ਹੋਣਾ ਕਈ ਵਾਰੀ, ਉਹ ਕੀ ਹੈ ਪਤਾ ਨਹੀਂ, ਨਵੇਂ ਨਾਂ ਰੱਖ ਰੱਖੇ ਆ, ਸਿਜ਼ਲਰ ਅਤੇ ਫਲਾਣਾ। ਮਤਲਬ ਉਹ ਇੰਨੇ ਨਿਖਿੱਧ ਖਾਣੇ ਆ, ਉਹ ਐਡੇ ਨਿਖਿੱਧ ਖਾਣੇ ਆ ਵੀ ਤੁਸੀਂ ਜੇ ਖਾ ਲਓਗੇ ਤਾਂ ਬਿਮਾਰ ਹੋਵੋਗੇ। ਤਾਂ ਇਹ ਕਿਤੇ ਨਾ ਕਿਤੇ ਜਿਹੜਾ ਵਰਤਾਰਾ ਸਾਡਾ ਗਲਤ ਮਲਤ ਖਾਣੇ ਵਾਲਾ, ਉਹਨੂੰ ਬੰਦ ਕਰੀਏ ਆਪਾਂ। ਉਹ ਖਾਣਿਆਂ ਦੀ ਡਿਟੇਲ ਪ੍ਰੋਟੋਕੋਲ ਦੀ ਅਸੀਂ ਹੁਣ ਬਹੁਤ ਵਧੀਆ ਪਿਛਲੇ 3-4 ਸਾਲਾਂ ਦੀ ਜਿਹੜੀ ਸਾਡੀ ਮਿਹਨਤ ਹੈ, ਉਹ 'ਚ ਅਸੀਂ ਬਹੁਤ ਉਹਨੂੰ ਸਿੰਪਲੀਫਾਈ ਕਰ ਲਿਆ। ਮਿਲਟਸ ਉਹਦੇ ਅੰਦਰ ਜਿਹੜੇ ਆ ਗਏ ਆ, ਬੜੇ ਕਮਾਲ ਦੇ ਅਨਾਜ ਨੇ, ਕਿਉਂਕਿ ਸਾਡੇ ਲੋਕ ਨੇ ਇਹ ਅਨਾਜ ਤੋਂ ਬਿਨਾਂ ਨਹੀਂ ਸਾਰ ਸਕਦੇ। ਆਪਾਂ ਕਿਸੇ ਨੂੰ ਕਹੀਏ ਕਿ ਤੂੰ ਇਕੱਲੀ ਰॉ ਫੂਡ ਖਾ, ਫਰੂਟ ਖਾ ਕੇ, ਸਲਾਦ ਖਾ ਕੇ ਸਾਰ ਲੈ, ਉਹ ਨਹੀਂ ਸਾਰੇਗਾ, ਕਿਉਂਕਿ ਜਿਹੜਾ ਬੰਦਾ ਤਾਂ ਵਿਹਲਾ ਬੈਠਦਾ ਉਹਦਾ ਸਾਰ ਲੇਗਾ। ਜਿਹੜਾ ਮਿਹਨਤਕਸ਼ ਬੰਦਾ ਹੈ, ਜਿਹਨੇ ਸਾਰਾ ਦਿਨ ਮਿਹਨਤ ਕਰਨੀ ਹੈ, ਉਹਨੂੰ ਅਨਾਜ ਚਾਹੀਦਾ, ਕਿਉਂਕਿ ਕਨਸੈਂਟਰੇਟਡ ਸੋਰਸ ਆਫ ਐਨਰਜੀ ਨੇ ਉਹ। ਅਤੇ ਕਨਸੈਂਟਰੇਟਡ ਸੋਰਸ ਆਫ ਐਨਰਜੀ, ਜਿੱਦਾਂ ਚਾਰੀਏ ਨੇ ਕਿਹਾ ਕਿ ਅਸੀਂ ਕਣਕ ਅਤੇ ਚੌਲਾਂ 'ਤੇ ਆ ਗਏ। ਹੁਣ ਕਣਕ ਜਿਹੜੀ ਸੀ, ਪਹਿਲਾਂ ਤਾਂ ਵੈਸੇ ਵੀ ਸਾਡੇ ਪੁਰਾਣੇ ਬਜ਼ੁਰਗ ਵੀ ਕਹਿੰਦੇ ਸੀਗੇ ਕਿ ਕਣਕ ਨਾ ਖਾਓ ਇਕੱਲੀ। ਮੈਨੂੰ ਅੱਜ ਵੀ ਯਾਦ ਹੈ ਬਚਪਨ 'ਚ ਬੇਲੜਾ ਕਹਿੰਦੇ ਸੀ ਉਹਨੂੰ। ਸਾਰੇ ਪੂਰੇ ਇਸ ਬੈਲਟ ਦੇ ਅੰਦਰ, ਮਾਲਵਾ ਦੇ ਅੰਦਰ, ਉਹਦਾ ਨਾਮ ਬੇਲੜਾ ਸੀਗਾ। ਉਹਦੇ 'ਚ ਕੋਈ 50-60% ਕਣਕ ਹੁੰਦੀ ਸੀ, 20-25% ਜੌਂ ਅਤੇ 20-25% ਛੋਲੇ। ਉੱਦਾਂ ਹੀ ਬੀਜਦੇ ਸੀਗੇ, ਉੱਦਾਂ ਹੀ ਕੱਟ ਲੈਂਦੇ ਸੀ, ਉੱਦਾਂ ਹੀ ਪਿਆ ਲੈਂਦੇ ਸੀ, ਉੱਦਾਂ ਹੀ ਖਾ ਲੈਂਦੇ ਸੀ। ਉਹਨੂੰ ਛਾਣਨਾ ਛੋੜਨਾ ਵੀ ਨਹੀਂ ਸੀ ਬੁਲਾਉਂਦੇ ਹੁੰਦੇ। ਤਾਂ ਉਹ ਬੇਲੜਾ ਖਾਂਦੇ ਹੁੰਦੇ ਸੀਗੇ। ਤਾਂ ਉਹ ਜਿਹੜੇ ਕਹਿੰਦੇ ਸੀ ਜੇ ਮਿਹਨਤਕਸ਼ ਲੋਕ ਆ ਤਾਂ ਬੇਲੜਾ। ਫਿਰ ਬਾਬੇ ਨਾਨਕ ਦੀ ਸਾਖੀ ਹੈਗੀ ਆ ਬਈ ਉਹਨੇ ਕੋਧਰੇ ਦੀ ਰੋਟੀ ਮੰਗ ਕੇ ਖਾਧੀ। ਉਸ ਵੇਲੇ ਦਾ ਜਿਹੜਾ ਮੂਲ ਅਨਾਜ ਸੀਗਾ ਉਹ ਕੋਧਰਾ ਸੀਗਾ, ਹਿਮਾਲਯਨ ਬੈਲਟ ਦਾ। ਇਹ ਮਿਲਟਸ ਦੀ ਫਿਰ ਜਿਹੜੀ ਡਾਕਟਰ ਖਾਦਰਵਲੀ ਦੀ ਬਹੁਤ ਇੱਕ ਪਿਆਰੀ ਦੇਣ ਹੈ, ਜਿਹੜੀ ਉਹਨਾਂ ਨੇ 25 ਸਾਲ ਦੀ ਆਪਣੀ ਮਿਹਨਤ ਨਾਲ ਸਾਨੂੰ ਦਿੱਤੀ ਹੈ। ਅਤੇ ਉਹਨਾਂ ਨੇ ਕਿਹਾ ਕਿ 5 ਮਿਲਟ ਜਿਹੜੇ ਖਾਓ, ਅਤੇ ਬੈਸਟ ਗ੍ਰੇਨਸ ਨੇ ਉਹਦੇ ਅੰਦਰ। ਉਹਨਾਂ ਦੇ ਸਾਇੰਟੀਫਿਕਲੀ ਪ੍ਰੂਵ ਕੀਤਾ ਉਹਨੂੰ ਕਿ ਕਿਉਂ ਬੈਸਟ ਗ੍ਰੇਨਸ ਨੇ ਇਹ। ਉਹਦੇ ਅੰਦਰ ਤੁਹਾਡਾ ਕੋਧਰਾ ਹੈ, ਕੰਗਣੀ ਹੈ, ਹਰੀ ਕੰਗਣੀ, ਸੌਂਖ ਅਤੇ ਕੁਟਕੀ। ਇਹ ਪੰਜਾਂ ਨੂੰ ਅਸੀਂ ਪ੍ਰਮੋਟ ਕਰ ਰਹੇ ਹਾਂ, ਹਿਮਸ ਦੇ ਅੰਦਰ ਵੀ ਪ੍ਰਮੋਟ ਕਰ ਰਹੇ ਹਾਂ। ਔਰ ਪੂਰੇ ਜਿੰਨੇ ਵੀ ਇੰਨੀ ਪੋਪੂਲੈਰਿਟੀ ਹੋ ਗਈ ਹੈ ਕਿ ਕੱਲ੍ਹ ਹੀ ਸਾਨੂੰ ਫੋਨ ਆ ਰਹੇ ਸੀਗੇ ਵੀ ਇਹ ਜੀ ਤੁਹਾਡੇ ਆਉਣ ਵਾਲੇ ਸਮੇਂ 'ਚ ਮਿਲਟਸ ਦੀ ਸ਼ਾਰਟੇਜ ਹੋਣ ਜਾ ਰਹੀ ਹੈ, ਆਪਣਾ ਸਟਾਕ ਰਿਜ਼ਰਵ ਰੱਖ ਲਿਓ। ਕਿਉਂਕਿ ਦੁਨੀਆ ਦੇ 'ਚ ਐਕਸਪੋਰਟ ਆਰਡਰ ਬਹੁਤ ਆਉਣ ਲੱਗ ਗਏ, ਉੱਥੋਂ ਇੰਡੀਆ ਤੋਂ ਬਾਹਰਲੇ ਮੁਲਕ ਮੰਗਾਉਣ ਲੱਗ ਗਏ ਆ। ਪੂਰੀ ਦੁਨੀਆ 'ਚ ਇੰਨੀ ਫਾਸਟ ਸਾਡੀ ਮਤਲਬ ਸਾਡਾ ਨਾਂ ਨੂੰ ਨਹੀਂ ਲੈਂਦਾ ਕੋਈ, ਸਾਨੂੰ ਕੋਈ ਕ੍ਰੈਡਿਟ ਨਹੀਂ ਦਿੰਦਾ, ਪਰ ਸਾਨੂੰ ਪਤਾ ਵੀ ਸ਼ੁਰੂ ਤੋਂ ਅਸੀਂ ਕੀਤੀ ਗੱਲ। ਬਿਲਕੁਲ। ਤਾਂ ਉਹ ਜਿਹੜੀ ਕਿਉਂਕਿ ਡਾਕਟਰ ਖਾਦਰਵਾਲੀ ਵੀ ਇੰਨੇ ਸ਼ਰੀਫ ਨੇ, ਇੰਨੇ ਜੈਂਟਲ ਨੇ, ਸੰਤ ਮਹਾਂਪੁਰਸ਼ ਨੇ। ਉਹ ਆਪਣੇ ਉੱਥੇ ਹੀ ਸੀਗੇ, ਆਪਣੇ ਮਸੂਰ ਦੇ ਆਲੇ ਦੁਆਲੇ ਅਤੇ ਦੱਖਣ 'ਚ ਹੀ ਕੰਮ ਕਰੀ ਜਾਂਦੇ ਸੀਗੇ। ਅਸੀਂ ਘੜੀਸ ਕੇ ਉਹਨਾਂ ਨੂੰ ਨਾਰਥ 'ਚ ਲਿਆਏ, ਪੰਜਾਬ 'ਚ ਲਿਆਏ। ਅਸੀਂ ਉਹਨੂੰ 10 ਸਾਲ ਪਹਿਲਾਂ ਲੈ ਆਏ ਸੀਗੇ। ਫਿਰ ਅਸੀਂ ਹੌਲੀ ਹੌਲੀ ਕੰਮ ਕਰਦੇ ਹੁਣ ਅਸੀਂ ਜਦੋਂ ਮਰੀਜ਼ ਠੀਕ ਕਰਨ ਲੱਗੇ ਅਤੇ ਲੋਕਾਂ ਦੇ ਸਾਹਮਣੇ ਅੱਗੇ ਇਹਦੀ ਗੱਲ ਸਪਰੈਡ ਕੀਤੀ, ਤਾਂ ਹਿੰਦੁਸਤਾਨ 'ਚ ਵੀ ਫੈਲ ਗਈ ਗੱਲ, ਪੰਜਾਬ 'ਚ ਵੀ ਫੈਲ ਗਈ, ਪੂਰੇ ਦੁਨੀਆ 'ਚ ਫੈਲ ਗਈ। ਔਰ ਪੱਛਮੀ ਮੁਲਕਾਂ 'ਚ ਜਦੋਂ ਉੱਥੋਂ ਸਾਡੇ ਕੋਲ ਮਰੀਜ਼ ਇਲਾਜ ਕਰਾਉਣ ਲੱਗੇ, ਤਾਂ ਉੱਥੇ ਦੇ ਦੁਕਾਨਾਂ ਵਾਲਿਆਂ ਨੇ ਵੀ ਫਿਰ ਉਹ ਰੱਖਣੇ ਸ਼ੁਰੂ ਕਰਤੇ। ਤਾਂ ਇਸ ਵੇਲੇ ਪੂਰੀ ਮਤਲਬ ਜਿਹੜਾ ਹੁਣ ਤਾਂ ਖਰੋ 23 ਦਾ ਸਾਲ ਤਾਂ ਇੰਟਰਨੈਸ਼ਨਲ ਈਅਰ ਆਫ ਮਿਲਟਸ ਹੈ। ਔਰ ਜਿਹੜੀ ਤੁਸੀਂ ਲੇਟੈਸਟ ਮੀਟਿੰਗ ਹੋਈ ਹੈ ਦੀ SCO ਦੀ, ਸ਼ੰਘਾਈ ਕੋਆਪਰੇਟਿਵ ਆਰਗੇਨਾਈਜੇਸ਼ਨ ਦੀ 8 ਮੁਲਕਾਂ ਦੀ, ਉਹ 'ਚ ਵੀ ਉਹਨਾਂ ਨੇ ਕਿਹਾ ਵੀ ਜਿਹੜੇ ਮਿਲਟਸ ਨੇ ਉਹਦਾ ਜਿਹੜਾ ਉਗਾਉਣ ਦਾ ਅਤੇ ਖਾਣ ਦਾ ਕਲਚਰ ਬਣਾਓ। ਤਾਂ ਇਹ ਜਿਹੜੇ ਮਿਲਟਸ ਨੇ ਵੰਡਰਫੁਲ ਗ੍ਰੇਨ ਨੇ, ਔਰ ਇਹਦੀ ਅਸੀਂ ਲਗਾਤਾਰ ਕੋਸ਼ਿਸ਼ ਕਰ ਰਹੇ ਹਾਂ। ਇੱਥੇ ਮਿਮਸ 'ਚ ਵੀ ਆ ਕੇ ਗਏ ਹਾਂ, ਜਿਹੜੀ ਮੇਘਨਾ ਸ਼ੁਕਲਾ ਜੀ, ਉਹਦੀਆਂ ਰੈਸਪੀਜ਼ ਸਿਖਾਉਣ ਵਾਸਤੇ ਹੁਣੇ ਪਿੱਛੇ, ਕਿ ਅਸੀਂ ਉਹਦੀ ਹਰ ਵੈਰਾਇਟੀ ਬਣਾਤੀ। ਮਤਲਬ ਚਾਰੇ ਤੁਸੀਂ ਵੀ ਪਹਿਲਾਂ ਦੇਖ ਚੁੱਕੇ ਹੋ ਕਿ ਕੋਈ ਚੀਜ਼ ਨਹੀਂ
ਜਿਹੜੀ ਚੌਲਾਂ ਤੋਂ ਤੇ ਕਣਕ ਤੋਂ ਬਣ ਸਕਦੀ ਹੈ ਤੇ ਮਿਲਟਸ ਤੋਂ ਨਹੀਂ ਬਣ ਸਕਦੀ। ਹਰ ਚੀਜ਼ ਬਣਦੀ ਹੈ, ਅਦਰ ਐਕਸਟਰਾ ਹੀ ਨੇ ਚੀਜ਼ਾਂ। ਜੀ। ਸੋ ਟੇਸਟ ਵਾਈਜ਼ ਵੀ ਬਹੁਤ ਵਧੀਆ ਨੇ, ਖੁਰਾਕ ਵਾਈਜ਼ ਵੀ ਬਹੁਤ ਵਧੀਆ ਨੇ, ਔਰ ਹੈਲਥ ਦੇ ਮਾਮਲੇ ਤਾਂ ਵੰਡਰਫੁਲ ਨੇ। ਮਤਲਬ ਤੁਸੀਂ ਜਿਹਨੂੰ ਰॉ ਫੂਡ ਦੇ ਨਾਲ ਫਲਾਂ ਤੇ ਸਲਾਦ ਤੇ ਚਟਣੀਆਂ ਨਾਲ ਤੇ ਜਿਹੜੇ ਜੂਸਾਂ ਨਾਲ ਇਹਨੂੰ ਮਿਕਸ ਐਡ ਕਰ ਦਿਓ ਮਿਲਟਸ, ਤਾਂ ਪਰਫੈਕਟ ਡਾਈਟ ਬਣ ਜਾਂਦੀ ਹੈ। ਉਹਦੀ ਡਿਟੇਲ ਸਭ ਅਸੀਂ ਪਾਈ ਹੋਈ ਹੈ। ਤਾਂ ਉਹ ਡਾਈਟ ਖਾਓ, ਐਕਸਰਸਾਈਜ਼ ਕਰੋ ਔਰ ਮਾਈਂਡ ਮੈਨੇਜਮੈਂਟ ਕਰੋ। ਮੈਂ ਸਮਝਦਾ ਕਿ ਕੋਈ ਕਾਰਨ ਨਹੀਂ ਹੈ, ਔਰ ਨਾ ਕੁਦਰਤ ਸਾਡੇ ਨਾਲ ਹੈ, ਕਿਉਂਕਿ ਕੁਦਰਤ ਨੇ, ਪ੍ਰਮਾਤਮਾ ਨੇ ਸਰੀਰ ਬਿਮਾਰ ਹੋਣ ਲਈ ਨਹੀਂ ਬਣਾਇਆ। ਇਹਦੀ ਬੜੀ ਸਪਸ਼ਟ ਐਵੀਡੈਂਸ ਹੈ। ਸੋ ਉਹ ਅਸੀਂ ਬਿਮਾਰ ਹੁੰਦੇ ਹਾਂ ਤਾਂ ਅਸੀਂ ਬਿਮਾਰੀਆਂ ਨੂੰ ਇਨਵਾਈਟ ਕਰਦੇ ਹਾਂ। ਸੋ ਸੱਦਾ ਦੇਣਾ ਆਪਾਂ ਬੰਦ ਕਰੀਏ, ਠੀਕ ਰਾਹ ਪਈਏ। ਅਤੇ ਮੈਨੂੰ ਕੋਈ ਕਾਰਨ ਨਹੀਂ ਦਿਖਦਾ ਕਿ ਆਪਾਂ 100 ਸਾਲ ਘੱਟੋ ਘੱਟ ਨਾ ਜੀਈਏ, ਤਾਂ 100 ਪਲੱਸ ਜਿਉਣਾ ਹਰ ਬੰਦੇ ਦਾ ਹੱਕ ਵੀ ਹੈ। ਔਰ ਪ੍ਰਮਾਤਮਾ ਦਾ ਜਿਹਨੂੰ ਕਹਿੰਦੇ ਆ ਸੱਚੀ, ਉਹਨੂੰ ਜੇ ਸੱਚੀ ਭਗਤੀ, ਸੱਚਾ ਧਰਮ ਇਹੀ ਹੈ ਕਿ ਜੇ ਪ੍ਰਮਾਤਮਾ ਨੇ ਸਾਨੂੰ 100 ਸਾਲ ਤੋਂ ਉੱਪਰ ਜਿਉਣ ਲਈ ਬਣਾਇਆ, ਤਾਂ ਅਸੀਂ ਸਮਾਜ ਨੂੰ 100 ਸਾਲ ਤੱਕ ਕੁਛ ਨਾ ਕੁਛ ਦਿੰਦੇ ਰਹੀਏ, ਐਕਟਿਵ ਰਹੀਏ। ਕਿਉਂਕਿ ਅਸੀਂ ਇੱਕ ਮਨੁੱਖ ਜਿਹੜਾ ਹੁੰਦਾ ਹੈ, ਇਕੱਲੇ ਆਪਣੇ ਵਾਸਤੇ ਨਹੀਂ ਜਿਉਂਦਾ, ਉਹ ਆਪਣੇ ਪਰਿਵਾਰ ਲਈ, ਆਪਣੇ ਸਮਾਜ ਲਈ ਜਿਉਂਦਾ। ਸੋ ਮੈਂ ਸਮਝਦਾ ਕਿ ਜੇ ਇੱਦਾਂ ਦਾ ਇੱਕ ਅਸੀਂ ਕਲਚਰ ਕ੍ਰੀਏਟ ਕਰਨ 'ਚ ਕਾਮਯਾਬ ਹੋ ਜਾਂਦੇ ਆਉਣ ਵਾਲੇ 1-2 ਦਹਾਕਿਆਂ 'ਚ, ਤਾਂ ਮਨੁੱਖਤਾ ਜਿਹੜੀ ਹੈ 2 ਦਹਾਕਿਆਂ ਬਾਅਦ ਇੱਕ ਡਿਫਰੈਂਟ ਮਨੁੱਖਤਾ ਹੋਏਗੀ। ਜੀ। ਅੱਛਾ ਡਾਕਟਰ ਸਾਹਿਬ, ਕਿਉਂਕਿ ਅਸੀਂ ਪਹਿਲਾਂ ਵੀ ਇੰਟਰਵਿਊਜ਼ ਕਰਦੇ ਰਹੇ ਹਾਂ, ਲੋਕਾਂ ਦੇ ਮਨ ਦੇ ਵਿੱਚ ਇੱਕ ਹੋਰ ਬੜਾ ਸਵਾਲ ਜਿਹੜਾ ਤੁਹਾਡੀ ਇੰਟਰਵਿਊ ਤੋਂ ਬਾਅਦ ਇਹ ਸਾਹਮਣੇ ਆਏਗਾ, ਮੈਂ ਸੋਚਦਾ ਕਿ ਉਹਦਾ ਜਵਾਬ ਵੀ ਤੁਹਾਡੇ ਕੋਲ ਲੈ ਲਈਏ। ਤੁਸੀਂ ਹਿਮਸ ਨਾਲ ਹੀ ਕਿਉਂ ਜੁੜੇ? ਦੇਖੋ, ਹਿਮਸ ਆਚਾਰਿਆ ਜੀ ਜਿਹੜੇ ਨੇ, ਇਹ ਬਹੁਤ ਲੰਬੇ ਸਮੇਂ ਤੋਂ ਆਯੁਰਵੇਦ ਦਾ ਕੰਮ ਕਰ ਰਹੇ ਆ, ਔਰ ਇਹਨਾਂ ਦੀ ਕਪੈਸਿਟੀ ਹੈ, ਔਰ ਇਹ ਇੰਨੇ ਮਤਲਬ ਇਹਨਾਂ ਦੇ ਅੰਦਰ ਇੱਕ ਜਿਹਨੂੰ ਕਹਿੰਦੇ ਲਗਨ ਹੈ। ਔਰ ਇੱਕ ਹੁੰਦੇ ਆ ਕਿ ਬੰਦੇ ਕੋਲ ਪੈਸਾ ਆ ਜਾਂਦਾ ਲੇਕਿਨ ਲਗਨ ਨਹੀਂ ਹੁੰਦੀ, ਸਿਰਫ ਉਹ ਪੈਸਾ ਹੀ ਉਹਦਾ ਬਣ ਜਾਂਦਾ। ਆਚਾਰਿਆ ਜੀ ਕੋਲ ਦੋਨੋਂ ਗੁਣ ਨੇ ਕਿ ਇਹਨਾਂ ਨੇ 25 ਸਾਲ ਦੀ ਆਪਣੀ 20 ਸਾਲ ਦੀ ਮਿਹਨਤ ਨਾਲ ਕੁਛ ਇਹੋ ਜਿਹਾ ਇੰਨਾ ਕੁ ਪੈਸਾ ਵੀ ਇਕੱਠਾ ਕਰ ਲਿਆ ਕਿ ਇਹਨਾਂ 'ਚ ਕਪੈਸਿਟੀ ਹੈਗੀ ਹੈ ਕਿ ਰਿਸਕ ਲੈ ਸਕਦੇ ਹੋ। ਮੇਰੇ ਵਰਗਾ ਬੰਦਾ ਕੀ ਰਿਸਕ ਲਊਗਾ? ਜੇ ਮੈਂ ਚਾਹਾਂ ਵੀ ਕੋਈ ਖੋਲ੍ਹਣਾ ਤਾਂ ਨਹੀਂ ਖੋਲ੍ਹ ਸਕਦਾ। ਸੋ ਇਸ ਕਰਕੇ ਇਹੋ ਜਿਹਾ ਮਤਲਬ ਇਨਸਾਨ ਤੁਹਾਡੇ ਸੁਪਨਿਆਂ ਦਾ ਇਹ ਉਮਰ ਵਧਾਊ ਕੇਂਦਰ ਆਪਾਂ ਇਹ ਕਹਿ ਲਈਏ ਹਿਮਸ ਦੇ ਨਾਲ, ਜੇ ਇਹਨੂੰ ਨਾ ਇੱਕ ਹੋਰ ਦੇਣਾ ਹੋਵੇ। ਨਹੀਂ, ਆਚਾਰਿਆ ਜੀ ਜਿਹੜੇ ਨਾ, ਉਹਨਾਂ ਦੀ ਲਗਨ ਜਿਹੜੀ ਹੈ, ਜਦੋਂ ਆਚਾਰਿਆ ਜੀ ਮੈਨੂੰ ਇਹ ਦਿਖਿਆ ਕਿ ਵੀ ਆਚਾਰਿਆ ਜੀ ਰਿਸਕ ਵੀ ਲੈ ਸਕਦੇ ਆ, ਪੈਸੇ ਵੀ ਲਾ ਸਕਦੇ ਆ, ਔਰ ਇਸ ਕਾਜ਼ ਨੂੰ ਪ੍ਰਮੋਟ ਕਰਨ ਲਈ ਜਿਹੜੇ ਨੇ ਇਹਨਾਂ ਤੋਂ ਵਧੀਆ ਕੋਈ ਬੰਦਾ ਇਸ ਵੇਲੇ ਨਹੀਂ ਹੈਗਾ ਹਿੰਦੁਸਤਾਨ 'ਚ। ਦੇਖਿਆ ਜਾਵੇ ਤਾਂ ਉਹ ਜਿਹੜਾ ਸਾਨੂੰ ਰਿਸਪੌਂਸ ਮਿਲ ਰਿਹਾ ਅੱਡ ਸਟੇਟਾਂ ਤੋਂ, ਦੇਸ਼ ਦੇ ਅਲੱਗ-ਅਲੱਗ ਕੋਨਿਆਂ ਤੋਂ, ਉਹ ਇਹਨਾਂ ਦੀ ਪਰਸਨੈਲਿਟੀ ਕਰਕੇ ਵੀ ਮਿਲ ਰਿਹਾ। ਲੇਕਿਨ ਜਿਹੜੀ ਉਹਦੀ ਲੋੜ ਵੀ ਹੈ, ਸਮਾਜ ਦੇ ਅੰਦਰ ਇੱਕ ਬਹੁਤ ਵੱਡੀ ਲੋੜ ਖੜੀ ਹੋ ਰਹੀ ਹੈ, ਕਿਉਂਕਿ ਜੇ ਐਲੋਪੈਥੀ ਨਹੀਂ ਕੁਝ ਕਰ ਸਕਦੀ ਤਾਂ ਕੌਣ ਕਰ ਸਕਦਾ ਹੈ? ਕੌਣ ਕਰ ਸਕਦਾ? ਅਸੀਂ ਖੜੇ ਹਾਂ। ਤਾਂ ਉਹਦੇ 'ਚ ਹਿਮਸ ਦਾ ਨਾਂ ਜਿਹੜਾ ਉਹ ਇਸ ਵੇਲੇ ਜਿਹਨੂੰ ਕਹਿੰਦੇ ਚਮਕਦੇ ਸਿਤਾਰੇ ਵਾਂਗੂ ਚਮਕ ਰਿਹਾ। ਔਰ ਮੈਂ ਸਮਝਦਾ ਕਿ ਬਹੁਤ ਫਿਊਚਰ ਹੈ ਜਿਹੜਾ ਹਿਮਸ ਦਾ ਵੀ, ਔਰ ਹਿਮਸ ਵਰਗੇ ਕੰਮ ਕੋਈ ਹੋਰ ਵੀ ਕਰੇਗਾ। ਸਾਨੂੰ ਕੋਈ ਕਿਸੇ ਨਾਲ ਕੋਈ ਈਰਖਾ ਨਹੀਂ ਹੈ, ਕਿਸੇ ਨਾਲ ਕੋਈ ਇਹ ਨਹੀਂ ਹੈ ਵੀ ਅਸੀਂ ਕਹਿੰਦੇ ਹਾਂ ਕਿ ਹੋਰ ਨਾ ਕੰਮ ਕਰੇ, ਕਿਉਂਕਿ ਬਹੁਤ ਵੱਡਾ ਫੀਲਡ ਪਿਆ ਹੈ, ਪੂਰੀ ਮਨੁੱਖਤਾ ਪਈ ਹੈ। ਤਾਂ ਅਸੀਂ ਕਹਿੰਦੇ ਹਾਂ ਕਿ ਸਾਡੇ ਆਚਾਰਿਆ ਜੀ ਵਰਗੇ ਹੋਰ ਵੀ ਮਹਾਂਪੁਰਖ ਖੜੇ ਹੋਣ ਜਿਹੜੇ ਕਿ ਇਸ ਕਾਜ਼ ਨੂੰ ਪ੍ਰਮੋਟ ਕਰਨ, ਕਿਉਂਕਿ ਮਨੁੱਖਤਾ ਬਹੁਤ ਵੱਡੀ ਹੈ, ਦੁਨੀਆ ਬਹੁਤ ਵੱਡੀ ਹੈ। ਕੋਈ ਇੱਕ ਵਿਅਕਤੀ ਜਾਂ ਕੋਈ ਇੱਕ ਗਰੁੱਪ ਆਫ ਪੀਪਲ ਜਿਹੜਾ ਇਹ ਕੰਮ ਇਕੱਲੇ ਨਹੀਂ ਕਰ ਸਕਦਾ। ਸੋ ਅਸੀਂ ਸਭ ਨੂੰ ਸੱਦਾ ਦਿੰਦੇ ਹਾਂ ਕਿ ਸਾਡੇ ਕੋਲ ਆਓ, ਸਿੱਖੋ, ਆਈਡੀਆਜ਼ ਲਓ, ਸਾਡੀ ਕੋਈ ਮਦਦ ਚਾਹੀਦੀ ਹੈ ਮਦਦ ਲਓ, ਅਤੇ ਪੂਰੀ ਦੁਨੀਆ 'ਚ ਆਪਾਂ ਇੱਕ ਮੈਸੇਜ ਫੈਲਾਈਏ, ਕਿਉਂਕਿ ਇਸ ਤੋਂ ਵੱਡਾ ਕੋਈ ਧਰਮ ਨਹੀਂ ਹੋ ਸਕਦਾ, ਇਸ ਤੋਂ ਵੱਡਾ ਕੋਈ ਪੁੰਨ ਨਹੀਂ ਹੋ ਸਕਦਾ। ਸੋ ਆਪਾਂ ਪੁੰਨ ਵੀ ਕਮਾਈਏ, ਵਧੀਆ ਜ਼ਿੰਦਗੀ ਵੀ ਜੀਈਏ, 100 ਸਾਲ ਤੋਂ ਵੱਧ ਜੀਈਏ, ਐਕਟਿਵ ਰਹੀਏ ਔਰ ਖੁਸ਼ੀਆਂ ਮਾਣੀਏ। ਜੀ, ਬਹੁਤ ਬਹੁਤ ਸ਼ੁਕਰੀਆ ਜੀ। ਅੱਛਾ ਆਚਾਰਿਆ ਜੀ, ਜਾਂਦੇ ਬੜੀ ਪ੍ਰੇਰਨਾ ਸਰੋਤ ਹੈਗੇ ਨੇ, ਬੜੇ ਪ੍ਰੇਰਨਾ ਸਰੋਤ ਨੇ ਡਾਕਟਰ ਆਜ਼ਾਦ ਉਹਨਾਂ ਲੋਕਾਂ ਵਾਸਤੇ ਜੋ ਜ਼ਿੰਦਗੀ ਤੋਂ ਮਾਯੂਸ ਹੋ ਕੇ ਬੈਠੇ ਸੀ। ਔਰ ਇੱਕ ਹੋਰ ਫਿਰ ਅਹਿਮ ਸਵਾਲ ਇੱਥੇ ਇਹ ਹੈ ਕਿ ਜਿਹੜਾ ਤੁਹਾਡੇ ਪੂਰਨਿਆਂ ਦੇ ਉੱਤੇ ਚੱਲਣਾ ਚਾਹਵੇ, ਜਿਹੜਾ ਤੁਹਾਡੇ ਨਕਸ਼ੇ ਕਦਮਾਂ ਦੇ ਉੱਤੇ ਚੱਲਣਾ ਚਾਹਵੇ, ਕਿਉਂਕਿ ਦੁਨੀਆ ਬਹੁਤ ਜ਼ਿਆਦਾ ਬਿਮਾਰ ਹੈ, ਹਰੇਕ ਬੰਦੇ ਦੀ ਆਪਣੀ ਲਿਮਿਟੇਸ਼ਨ ਹੈ, ਤੁਸੀਂ ਫਿਰ ਅਗਰ ਕੋਈ ਹਿਮਸ ਨਾਲ ਜਾਂ ਤੁਹਾਡੇ ਵਰਗਾ ਕੋਈ ਸੈਂਟਰ ਖੋਲ੍ਹਣਾ ਚਾਹੁੰਦਾ, ਉਹਦਾ ਕੀ ਪ੍ਰੋਸੈਸ ਰਹਿੰਦਾ? ਦੇਖੋ, ਅਸੀਂ ਹਜੇ ਜੋ ਸੈਂਟਰ ਖੋਲ੍ਹ ਰਹੇ ਹਾਂ ਨਾ, ਅਸੀਂ ਉਹਨੇ ਕੀ ਖੋਲ੍ਹ ਰਹੇ ਹਾਂ ਜਿੰਨੇ ਕੰਟਰੋਲ ਕਰ ਸਕੀਏ। ਜਿਵੇਂ ਹੁਣ ਇਹ ਚੰਡੀਗੜ੍ਹ ਡੇਰਾਬੱਸੀ ਦਾ 100 ਬੈੱਡ ਦਾ ਹੈਗਾ, ਐਵੇਂ 100 ਬੈੱਡ ਦਾ ਲਖਨਊ ਵਿੱਚ ਹੈ, 150 ਬੈੱਡ ਦਾ ਮੁੰਬਈ ਸ਼ੁਰੂ ਹੋ ਰਿਹਾ ਹੈ, 350 ਬੈੱਡ ਦਾ ਦਿੱਲੀ ਸ਼ੁਰੂ ਹੋ ਰਿਹਾ ਹੈ, ਅਤੇ ਇਹਦੇ ਇਲਾਵਾ 8 ਛੋਟੇ ਹਿਮਸ ਖੁੱਲ੍ਹ ਚੁੱਕੇ ਹੈ, ਸੰਗਰੂਰ, ਲੁਧਿਆਣਾ, ਅੰਮ੍ਰਿਤਸਰ, ਗੁੜਗਾਂਵ, ਜੈਪੁਰ, ਜੋਧਪੁਰ, ਗੋਆ, ਥਾਣੇ, ਮੁੰਬਈ ਅਤੇ ਭਾਗਲਪੁਰ ਇੰਨੇ ਸ਼ੁਰੂ ਹੋ ਚੁੱਕੇ ਹੈ। ਅਤੇ 130 ਕਲੀਨਿਕ ਪਹਿਲਾਂ ਚੱਲ ਰਹੀ ਹੈ, ਇੱਕ ਪਟਿਆਲੇ ਕਲੀਨਿਕ ਡਾਕਟਰ ਸਾਹਿਬ ਆਪ ਚਲਾ ਰਹੇ ਹੈ। ਅਤੇ ਅਸੀਂ ਨਾ ਪਹਿਲਾਂ ਹੀ ਬਹੁਤ ਜ਼ਿਆਦਾ ਪੇਸ਼ੈਂਟ ਦਾ ਸਿਸਟਮ ਬਣਾ ਰਹੇ ਹਾਂ। ਅਸੀਂ ਤਾਂ ਵਾਸਤੇ ਨਾ ਚਾਹੁੰਦੇ ਨਹੀਂ ਲੋਕ ਸਾਡੇ ਕੋਲ ਆਉਣ। ਅਸੀਂ ਸਾਰੀ ਨੌਲੇਜ, ਚਾਹੇ ਡਾਕਟਰ ਸਾਹਿਬ ਹੈ, ਚਾਹੇ ਮੈਂ ਹਾਂ, ਚਾਹੇ ਡਾਕਟਰ ਬਿਸਰੂਪ ਹੈ, ਚਾਹੇ ਡਾਕਟਰ ਅਵਦੇਸ਼ ਪਾਂਡੇ ਹੈ, ਚਾਹੇ ਡਾਕਟਰ ਖਾਦਰਵਲੀ ਹੈ, ਸਾਡੇ ਵਰਗੇ ਹੋਰ ਵੀ ਲੋਕ ਹੈ, ਅਸੀਂ ਨਾ ਸਭ YouTube 'ਤੇ Facebook 'ਤੇ ਪਾਈ ਜਾਂਦੇ ਹਾਂ, ਤਾਂ ਕਿ ਬਹੁਤ ਸਾਰੀ ਜਨਤਾ ਸਾਡੇ ਕੋਲ ਬਿਨਾਂ ਆਏ
ਆਪੇ ਹੀ ਘਰੇ ਠੀਕ ਹੋ ਜਾਏ। ਸਾਡੇ ਕੋਲ ਤਾਂ ਉਹੀ ਆਏ ਜਿਹਨੂੰ ਲਾ ਇਲਾਜ ਕਹਿਤਾ, ਉਹ ਵੀ ਹਾਂ ਡਾਕਟਰ ਨੇ ਕਹਿੰਦਾ ਆਈ ਐਮ ਸੌਰੀ, ਹਫਤੇ ਵਾਸਤੇ 10 ਦਿਨ 15 ਦਿਨ ਵਾਸਤੇ ਆਏ, ਸਿੱਖੇ, ਫਿਰ ਘਰੇ ਜਾ ਕੇ ਉਹਨੂੰ ਫੋਲੋ ਕਰੇ। ਅਸੀਂ ਤਾਂ ਇਹ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਨੂੰ ਅਸੀਂ ਵੀ ਟਰੀਟ ਨਹੀਂ ਕਰ ਸਕਦੇ, ਟੇਕ ਕੇਅਰ ਨਹੀਂ ਕਰ ਸਕਦੇ। ਅਸੀਂ ਚਾਹੁੰਦੇ ਤੁਸੀਂ ਗਿਆਨ ਲਓ, ਤੁਸੀਂ ਇਹ ਵੀਡੀਓਜ਼ ਫੈਲਾਓ, ਤੁਸੀਂ ਲੋਕਾਂ ਨੂੰ ਇਹ ਵੀਡੀਓ ਸ਼ੇਅਰ ਕਰੋ ਤਾਂ ਕਿ ਜ਼ਿਆਦਾ ਤੋਂ ਜ਼ਿਆਦਾ ਮਨੁੱਖਤਾ ਨੂੰ ਇਹ ਮਿਲਟਸ ਬਾਰੇ, ਫਰੂਟ ਸੈਲਡ ਡਾਈਟ ਬਾਰੇ, ਲਾਈਫ ਸਟਾਈਲ ਬਾਰੇ ਪਤਾ ਚੱਲੇ ਅਤੇ ਸਾਡੇ ਇਹ ਮਿਸ਼ਨ ਬਾਰੇ ਪਤਾ ਚੱਲੇ। ਤਾਂ ਪੂਰੀ ਦੁਨੀਆ ਨੂੰ ਸਵਸਥ ਬਣਾਉਣਾ ਸਾਡਾ ਇੱਕੋ ਮਕਸਦ ਹੈਗਾ। ਬਹੁਤ ਬਹੁਤ ਸ਼ੁਕਰੀਆ ਜੀ ਦੋਵਾਂ ਹੀ ਸ਼ਖਸੀਅਤਾਂ ਦਾ। ਸੋ ਇਹ ਸਨ ਆਚਾਰੀਆ ਮੁਨੀਸ਼ ਜੀ ਤੇ ਡਾਕਟਰ ਅਮਰ ਸਿੰਘ ਆਜ਼ਾਦ, ਜਿਨ੍ਹਾਂ ਨੇ ਆਪਣੇ ਦਿਲ ਦੀਆਂ ਗੱਲਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਨੇ। ਔਰ ਉਹਨਾਂ ਦਾ ਕਹਿਣਾ ਹੈ ਕਿ ਜੇਕਰ ਅਸੀਂ ਗਲਤ ਇਲਾਜ ਵਾਲੇ ਪਾਸਿਓਂ ਆਪਣਾ ਖਹਿੜਾ ਛੁਡਵਾ ਲਈਏ ਤੇ ਜੋ ਕੁਦਰਤ ਨੇ ਸਾਨੂੰ ਰਸਤਾ ਦਿਖਾਇਆ ਹੈ, ਡਾਈਟ ਵਾਲਾ, ਇਲਾਜ ਵਾਲਾ ਜਾਂ ਕਿਸੇ ਕਰੋਪੀ ਤੋਂ ਬਚਣ ਵਾਲਾ, ਸਰੀਰਕ ਕਰੋਪੀ ਤੋਂ ਬਚਣ ਵਾਲਾ, ਜੇਕਰ ਸਹੀ ਰਸਤਾ ਅਸੀਂ ਅਪਣਾ ਲੈਂਦੇ ਹਾਂ ਤਾਂ ਜਿਹੜੀ ਸਾਡੀ ਉਮਰ ਹੈਗੀ ਹੈ, ਸਿਹਤਮੰਦ ਉਮਰ ਹੈ, ਉਹ ਜਿਹੜੀ 100 ਤੋਂ 125 ਸਾਲ ਤੱਕ ਹੋ ਸਕਦੀ ਹੈ। ਫਿਲਹਾਲ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ, ਤੁਹਾਨੂੰ ਗੱਲਾਂ ਕਿਵੇਂ ਲੱਗੀਆਂ, ਇਸ ਬਾਬਤ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦਿਓ। ਫਿਰ ਵੀ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ, ਕੋਈ ਸ਼ੰਕਾ ਪੈਦਾ ਹੁੰਦਾ ਹੈ ਜਾਂ ਫਿਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਰਿਸ਼ਤੇਦਾਰ, ਕਿਸੇ ਦੋਸਤ ਮਿੱਤਰ ਨੂੰ ਕੋਈ ਇਸ ਤਰ੍ਹਾਂ ਦੇ ਕ੍ਰੋਨਿਕਲ ਡਿਜ਼ੀਜ਼ ਹੈਗੇ ਨੇ ਜਿਨ੍ਹਾਂ ਦੀ ਗੱਲ ਆਚਾਰੀਆ ਮੁਨੀਸ਼ ਜੀ ਨੇ ਕੀਤੀ ਹੈ ਜਾਂ ਜਿਨ੍ਹਾਂ ਦੀ ਗੱਲ ਡਾਕਟਰ ਅਮਰ ਸਿੰਘ ਆਜ਼ਾਦ ਹੋਰਾਂ ਨੇ ਕੀਤੀ ਹੈ, ਤਾਂ ਇੱਕ ਨੰਬਰ ਹੈਗਾ ਨੀਚੇ ਹਿਮਸ ਹਸਪੀਟਲ ਦਾ, ਉਹ ਚੱਲ ਰਿਹਾ ਹੈ। ਤੁਸੀਂ ਉਸ ਨੰਬਰ ਦੇ ਉੱਤੇ ਹੈਲਪਲਾਈਨ ਨੰਬਰ ਹੈਗਾ, ਜਿਸ ਦੇ ਜ਼ਰੀਏ ਤੁਸੀਂ ਡਾਕਟਰ ਅਮਰ ਸਿੰਘ ਆਜ਼ਾਦ ਜੀ ਨਾਲ ਵੀ ਰਾਬਤਾ ਕਰ ਸਕਦੇ ਹੋ ਤੇ ਆਚਾਰੀਆ ਮੁਨੀਸ਼ ਜੀ ਨਾਲ ਵੀ ਰਾਬਤਾ ਕਰ ਸਕਦੇ ਹੋ। ਫਿਲਹਾਲ ਮੈਨੂੰ ਇਹ ਵੀਡੀਓ ਇੱਥੇ ਹੀ ਖਤਮ ਕਰਨ ਦੀ ਦਿਓ ਇਜਾਜ਼ਤ। ਧੰਨਵਾਦ।